1947 ਤੋਂ ਲਗਾਤਾਰ ਪੜਾਅ ਬਦਲਦੇ ਆਏ ਨੇ, ਪਰ ਕੁਝ ਪੜਾਅ ਇੱਦਾਂ ਦੇ ਬਦਲੇ ਕਿ ਲੱਗਦਾ ਸੀ ਕਿ ਸ਼ਾਇਦ ਇਹ ਹੁਣ ਧਰਤੀ ਨੂੰ ਜਾਂ ਲੋਕਤੰਤਰ ਨੂੰ ਜੀਵਤ ਰਹਿਣ ਦੇ ਲਈ ਚੰਗੇ ਨਹੀਂ ਹੈਗੇ। ਚੌਥਾ ਸਤੰਭ ਅਸੀਂ ਮੀਡੀਆ ਨੂੰ ਕਹਿੰਦੇ ਹਾਂ। ਸਾਡੇ ਕੋਲੇ ਇੱਦਾਂ ਦਾ ਯੁੱਗ ਹੈ ਕਿ ਇਨਫੋਰਮੇਸ਼ਨ ਦੀ ਬੜੀ ਬਹੁਤਾਤ ਹੈ, ਪਰ ਇਸ ਇਨਫੋਰਮੇਸ਼ਨ ਦੇ ਵਿੱਚ ਸਭ ਤੋਂ ਚੰਗੀ ਇਨਫੋਰਮੇਸ਼ਨ ਕਿਹੜੀ ਹੈ, ਜਾਂ ਦੂਸਰੇ ਸ਼ਬਦਾਂ 'ਚ ਕਹਾਂ ਕਿ ਸਟੀਕ ਇਨਫੋਰਮੇਸ਼ਨ ਕਿਹੜੀ ਹੈ, ਇਹ ਲੱਭਣਾ ਔਖਾ ਹੈ। ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਪੰਜਾਬ ਮੇਲ USA TV। ਮੇਰਾ ਨਾਮ ਜਤਿੰਦਰ ਸਿੰਘ ਖਹਿਰਾ। ਦੋਸਤੋ, ਮੇਰਾ ਨਾਮ ਹੈ ਮੋਹਿਤ ਰੂਬਲ ਤੇ ਸਵਾਗਤ ਕਰਦੇ ਹਾਂ ਸਾਡੇ ਪ੍ਰੋਗਰਾਮ ਦੇ ਅੰਦਰ, ਜਿਸ ਦਾ ਨਾਮ ਹੈ ਜੀ ਮੁੱਦਾ। ਮੋਹਿਤ ਜੀ, ਇਹ ਗੱਲਾਂ ਮੈਂ ਇਸ ਲਈ ਕੀਤੀਆਂ ਕਿ ਜਦੋਂ ਅਸੀਂ ਗੱਲਾਂ ਕਰਦੇ ਹਾਂ ਤੇ ਅੱਜ ਦਾ ਯੁੱਗ ਇਨਫੋਰਮੇਸ਼ਨ ਦਾ ਯੁੱਗ ਹੈ ਜੀ। ਟਵਿੱਟਰ ਇੱਕ ਐਡਾ ਸਾਧਨ ਹੋ ਨਿਬੜਿਆ ਜਿਹਦੇ ਉੱਤੇ ਹਰ ਕੋਈ ਟਵੀਟ ਕਰ ਰਿਹਾ। ਹੁਣ ਇਹ ਸ਼ੋਅ ਤੋਂ ਪਹਿਲਾਂ ਮੈਂ ਜਦੋਂ ਆਪਣਾ ਟਵਿੱਟਰ ਖੋਲ੍ਹਿਆ ਤੇ ਉੱਥੇ ਅੰਡਰਟੇਕਰ ਜਿਹੜਾ ਕਿ ਰੈਸਲਰ ਨੇ, ਉਹਨਾਂ ਨੇ ਵੀ ਸਾਡੀ ਸਪੋਰਟ ਯਾਨੀ ਕਿ ਕਿਸਾਨਾਂ ਦੀ ਸਪੋਰਟ ਦੇ ਵਿੱਚ ਇੱਕ ਟਵੀਟ ਕੀਤਾ। ਪਰ ਦੂਸਰੇ ਬੰਨੇ ਮਹਾਰਾਸ਼ਟਰ ਸਰਕਾਰ ਨੇ ਉਹਨਾਂ ਟਵੀਟਾਂ ਦੇ ਲਈ ਜਾਂਚ ਬਿਠਾ ਦਿੱਤੀ ਹੈ ਜਿਹੜੇ ਟਵੀਟ ਜਿਹੜੇ ਨੇ ਲਤਾ ਮੰਗੇਸ਼ਕਰ, ਸਚਿਨ ਤੰਦੂਲਕਰ, ਵਿਰਾਟ ਕੋਹਲੀ ਵਰਗੇ ਵੱਡੇ ਲੋਕਾਂ ਨੇ ਕੀਤੇ ਨੇ। ਰਿਹਾਨਾ ਨੇ ਇੱਕ ਛੋਟਾ ਜਿਹਾ ਟਵੀਟ ਕੀਤਾ। ਇਸ ਤੋਂ ਬਾਅਦ ਵਾਤਾਵਰਨ ਕਾਰਕੁਨ ਗ੍ਰੇਟਾ ਥਨਬਰਗ ਨੇ ਟਵੀਟ ਕੀਤਾ। ਉਹਦੇ ਟਵੀਟ ਕਰਨ ਦੇ ਤੁਰੰਤ ਬਾਅਦ ਇੰਨੇ ਟਵੀਟ ਆਉਂਦੇ ਨੇ, ਇੱਕ ਪ੍ਰੋਪੇਗੈਂਡਾ ਸ਼ੁਰੂ ਹੋ ਜਾਂਦਾ ਹੈ ਜਿੱਥੇ ਲੱਗਦਾ ਹੈ ਕਿ ਬਸ ਇਹ ਉਹ ਮੈਸੇਜ ਹੈ ਜਿਹੜਾ ਸਰਕਾਰ ਵੱਲੋਂ ਬੁਣਿਆ ਹੋਇਆ ਮੈਸੇਜ ਹੈ। ਇਸ ਦੇ ਮੱਦੇਨਜ਼ਰ ਜਿਹੜਾ ਹੈ ਮਹਾਰਾਸ਼ਟਰ ਸਰਕਾਰ ਲਗਾਤਾਰ ਚਾਹੁੰਦੀ ਸੀ ਕਿ ਕੁਝ ਨਾ ਕੁਝ ਨਵਾਂ ਨਿਕਲ ਕੇ ਆਵੇ, ਇਸ ਲਈ ਉਹਨਾਂ ਨੇ ਉਹ ਟਵੀਟ ਦੀ ਜਾਂਚ ਬਿਠਾ ਦਿੱਤੀ ਹੈ। ਔਰ ਮੈਨੂੰ ਲੱਗਦਾ ਕਿ ਇਸ ਜਾਂਚ ਦੇ ਵਿੱਚੋਂ ਕੁਝ ਨਵਾਂ ਨਿਕਲ ਕੇ ਜ਼ਰੂਰ ਆਏਗਾ, ਕਿਉਂਕਿ ਇਹ ਲੜੀ ਜਿਹੜੀ ਮੈਸੇजेस ਦੀ ਸੀ ਲਗਾਤਾਰ ਸ਼ੁਰੂ ਹੋ ਗਈ ਸੀਗੀ। ਜੀ ਖੈਰ ਸਾਹਿਬ, ਜਿਹੜਾ ਤੁਸੀਂ ਕੰਟੈਕਸਟ ਦਿੱਤਾ ਵਾ ਮਹਾਰਾਸ਼ਟਰ ਸਰਕਾਰ ਦਾ, ਉਹ ਤਾਂ ਦਿੱਤਾ ਗਿਆ ਕਿਉਂਕਿ ਲੋਕਾਂ ਨੂੰ ਇਮੋਸ਼ਨਲ ਐਂਗਲ ਦੇਣ ਦੇ ਲਈ ਜਿਹੜਾ ਲਤਾ ਮੰਗੇਸ਼ਕਰ ਹੋਣਾ ਦਾ ਟਵੀਟ ਆਉਂਦਾ ਹੈ ਜਾਂ ਫਿਰ ਸਚਿਨ ਤੰਦੂਲਕਰ ਦਾ ਆਉਂਦਾ ਹੈ ਜਾਂ ਹੋਰਾਂ ਸੈਲੀਬ੍ਰਿਟੀ ਦਾ ਆਉਂਦਾ ਹੈ। ਸੋ ਉਹਨਾਂ ਦੀ ਤੱਥਾਂ ਦੀ ਜਾਂਚ ਕੀਤੀ ਜਾ ਰਹੀ ਹੈ ਕਿ ਵਾਕਈ ਇਸ ਨੂੰ ਗੌਰਮੈਂਟ ਵੱਲੋਂ, ਜਿਹੜੀ ਗੌਰਮੈਂਟ ਇਸ ਟਾਈਮ ਰੂਲਿੰਗ ਗੌਰਮੈਂਟ ਹੈ, BJP ਦੀ ਗੌਰਮੈਂਟ ਹੈ, ਕਿ ਵਾਕਈ ਉਹਨਾਂ ਵੱਲੋਂ ਕਿਹਾ ਗਿਆ, ਉਹਨਾਂ ਦੀ PR ਵੱਲੋਂ ਕਿਹਾ ਗਿਆ ਕਿ ਤੁਸੀਂ ਜਿਹੜੇ ਟਵੀਟਸ ਨੇ ਕਰਨੇ ਨੇ, ਜਾਂ ਫਿਰ ਵਾਕਈ ਉਹਨਾਂ ਨੇ ਆਪਣੀ ਮਰਜ਼ੀ ਨਾਲ ਕੀਤਾ। ਸੋ ਉਹਨਾਂ ਦੀ ਜਿਹੜੀ ਜਾਂਚ ਹੈ ਉਹ ਮਹਾਰਾਸ਼ਟਰ ਸਰਕਾਰ ਨੇ ਕਹਿਣ ਦੀ ਘੋਸ਼ਣਾ ਕੀਤੀ ਹੈ। ਕਾਰਨ ਇਹੀ ਹੈ ਕਿਉਂਕਿ ਉਹਨਾਂ ਨੇ ਕਿਸਾਨਾਂ ਦੇ ਲਈ ਕੋਈ ਵੀ ਟਵੀਟ ਨਹੀਂ ਕੀਤਾ। ਉਹਨਾਂ ਨੇ ਕਿਸਾਨਾਂ ਦੇ ਹੱਕ ਵਿੱਚ ਇੱਕ ਵੀ ਗੱਲ ਨਹੀਂ ਆਖੀ। ਉਹਨਾਂ ਨੇ ਇਹੀ ਗੱਲ ਆਖੀ ਕਿ ਜਿਹੜੇ ਇੰਟਰਨੈਸ਼ਨਲ ਜਿਹੜੇ ਲੋਕ ਨੇ ਜੋ ਟਵੀਟ ਕਰ ਰਹੇ ਨੇ, ਜੋ ਕਿ ਭਾਰਤ ਨੂੰ ਵੰਡਣ ਦੀ ਕੋਸ਼ਿਸ਼ ਕਰ ਰਹੇ ਨੇ, ਜੋ ਕਿ ਸਿਰਫ ਉਹਨਾਂ ਦੇ ਸ਼ਬਦਾਂ ਵਿੱਚ, ਐਕਚੁਅਲ ਵਿੱਚ ਇੱਦਾਂ ਨਹੀਂ ਹੋ ਰਿਹਾ। ਦਰਅਸਲ ਸਰਕਾਰ ਨੇ ਕੀ ਕਰ ਦਿੱਤਾ, ਉਹਨਾਂ ਨੇ ਕਹਿ ਦਿੱਤਾ ਕਿ ਸਾਡਾ ਆਂਤਰਿਕ ਮਸਲਾ ਹੈ, ਇਸ ਨੂੰ ਸਿਰਫ ਸਾਡੇ ਇੰਡੀਆ ਵਿੱਚ ਹੀ ਉਹਨੂੰ ਮਤਲਬ ਉਸਦਾ ਸੋਲੂਸ਼ਨ ਲੱਭਣ ਦਿਓ। ਦੋਸਤੋ, ਘਰਾਂ ਦੇ ਵਿੱਚ ਜਦੋਂ ਕੋਈ ਮੀਆਂ ਬੀਬੀ ਵਿੱਚ ਕੋਈ ਲੜਾਈ ਹੋ ਜਾਂਦੀ ਹੈ, ਕੋਈ ਬਹੁਤੀ ਹੱਥੋਂ-ਪਾਈ ਹੋ ਜਾਂਦੀ ਹੈ, ਉਦੋਂ ਉਹ ਜਿਹੜਾ ਮਸਲਾ ਹੈ ਉਹ ਆਂਤਰਿਕ ਨਹੀਂ ਰਹਿ ਜਾਂਦਾ। ਉਦੋਂ ਜਿਹੜੇ ਗਵਾਂਢੀ ਨੇ ਉਹ ਵੀ ਵਿੱਚ ਆਉਂਦੇ ਨੇ, ਉਸ ਤੋਂ ਬਾਅਦ ਜਿਹੜੀ ਪੁਲਿਸ ਹੈ ਉਹ ਵੀ ਵਿੱਚ ਆਉਂਦੀ ਹੈ, ਕੋਰਟ ਕਚਹਿਰੀਆਂ ਤੇ ਗੱਲ ਪਹੁੰਚਦੀ ਹੈ, ਐਂਡ ਉਹ ਜਿਹੜਾ ਮਸਲਾ ਹੈ ਉਹ ਆਂਤਰਿਕ ਨਹੀਂ ਰਹਿ ਜਾਂਦਾ। ਭਾਵੇਂ ਘਰ ਦੇ ਜਿਹੜੇ ਨੇ, ਚਾਹੇ ਜਿਹੜੇ ਮੁੰਡੇ ਵਾਲੇ ਨੇ, ਉਹ ਜਿੰਨਾ ਮਰਜ਼ੀ ਜ਼ੋਰ ਲਾ ਦੇਣ ਕਿ ਘਰ ਦਾ ਮਸਲਾ ਇੱਥੇ ਤੱਕ ਰਹਿਣ ਦਿਓ, ਪੁਲਿਸ ਨਾ ਬੁਲਾਓ, ਕਚਹਿਰੀਆਂ ਨਾ ਜਾਓ, ਕੁੜੀਆਂ ਦੇ ਪੇਕੇ ਨਾ ਬੁਲਾਓ, ਬਾਕੀ ਕਿੰਨੀਆਂ ਗੱਲਾਂ ਹੋ ਜਾਂਦੀਆਂ ਨੇ, ਬਟ ਮਸਲਾ ਆਂਤਰਿਕ ਨਹੀਂ ਰਹਿ ਜਾਂਦਾ। ਸੋ ਇੱਥੇ ਹੀ ਗੱਲ ਹੋ ਰਹੀ ਸੀ ਕਿ ਹਿਊਮਨ ਰਾਈਟਸ ਸੀ, ਕਿਉਂਕਿ ਹਿਊਮਨ ਰਾਈਟਸ ਜਿਹੜੀ ਆਪਾਂ ਜਿਹੜੀ ਵਾਇਲੇਸ਼ਨ ਕਹਿੰਦੇ ਆ, ਜਿਹੜੀ ਉਹਦੀ ਉਲੰਘਣਾ ਕਹਿੰਦੇ ਆ, ਉਹ ਐ ਨਹੀਂ ਕਿ ਇੰਡੀਆ ਵਿੱਚ ਹੋ ਰਹੀ ਹੈ ਤਾਂ ਸਾਡਾ ਆਂਤਰਿਕ ਮਸਲਾ ਹੈ। ਵਰਲਡ ਦੇ ਕਿਸੇ ਵੀ ਕੋਨੇ ਦੇ ਵਿੱਚ ਅਗਰ ਹਿਊਮਨ ਰਾਈਟਸ ਦੀ ਵਾਇਲੇਸ਼ਨ ਹੁੰਦੀ ਹੈ ਤਾਂ ਹਰ ਇੱਕ ਇਨਸਾਨ ਦਾ ਫਰਜ਼ ਬਣਦਾ ਹੈ, ਹੱਕ ਬਣਦਾ ਹੈ ਕਿ ਉਹਨਾਂ ਖਿਲਾਫ ਆਵਾਜ਼ ਵੀ ਚੁੱਕਣੀ ਹੈ ਤੇ ਬਾਕੀ ਲੋਕਾਂ ਨੂੰ ਜਾਗਰੂਕ ਵੀ ਕਰਨਾ ਕਿ ਦੇਖੋ ਭਾਰਤ ਵਿੱਚ ਕੀ ਹੋ ਰਿਹਾ। ਭਾਰਤੀ ਸਰਕਾਰ ਕਿਸਾਨਾਂ ਦੇ ਨਾਲ ਕਿੰਨੀ ਤਸ਼ੱਦਦ ਢਾ ਰਹੀ ਹੈ, ਉਹਨਾਂ ਨਾਲ ਕਿੰਨਾ ਬੁਰਾ ਸਲੂਕ ਕਰ ਰਹੀ ਹੈ। ਸੋ ਉੱਥੇ ਜਿਹੜੇ ਆਂਤਰਿਕ ਮਸਲੇ ਦੀ ਜਿਹੜੀ ਗੱਲ, ਜਿਹੜਾ ਕੰਟੈਕਸਟ ਦਿੱਤਾ ਭਾਰਤ ਸਰਕਾਰ ਨੇ, ਉਹ ਬਿਲਕੁਲ ਖਰਾਬ ਹੈ, ਬਿਲਕੁਲ ਮੈਂ ਕਹਿੰਦਾ ਕੋਈ ਸਿਰ ਪੈਰ ਉਹਦਾ ਨਹੀਂ ਹੈ। ਖੈਰ ਸਾਹਿਬ, ਤੁਸੀਂ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਇਤਿਹਾਸ ਦੇ ਕਿਸੇ ਕੰਟੈਕਸਟ ਦੇ ਨਾਲ ਕਿ ਕਿਵੇਂ ਆਜ਼ਾਦੀ 1947 ਵਿੱਚ ਮਿਲਦੀ ਹੈ, ਪਰ ਉਹ ਆਜ਼ਾਦੀ ਦਾ ਜਿਹੜਾ ਕਾਫਲਾ ਹੈ ਉਹ ਕਦੋਂ ਸ਼ੁਰੂ ਹੁੰਦਾ ਹੈ? ਉਹ ਸ਼ੁਰੂ ਹੁੰਦਾ 1857 ਤੋਂ, ਜਦੋਂ ਵਿਦਰੋਹ ਸ਼ੁਰੂ ਹੁੰਦਾ ਹੈ। ਵਿਦਰੋਹ ਸ਼ੁਰੂ ਹੁੰਦਾ ਯਾਨੀ ਕਿ ਲੋਕੀ ਜਿਹੜੇ ਨੇ ਉੱਥੇ ਅੰਦੋਲਨਕਾਰੀ ਨੇ, ਉੱਥੇ ਬੈਠਦੇ ਨੇ, ਵਿਦਰੋਹ ਕਰਦੇ ਨੇ, ਇੱਕ ਤਰ੍ਹਾਂ ਦਾ ਅੰਦੋਲਨਕਾਰੀ ਸੀ ਉਹਨਾਂ ਨੂੰ ਕਹਿ ਸਕਦੇ ਹਾਂ। ਸੋ ਕੱਲ ਜਿਹੜੇ ਰਾਜ ਸਭਾ ਦੇ ਵਿੱਚ ਸਾਡੇ ਦੇਸ਼ ਦੇ ਮਾਣਯੋਗ ਪ੍ਰਧਾਨ ਮੰਤਰੀ, ਉਹਨਾਂ ਸਾਰੇ ਜਿਹੜੇ ਅੰਦੋਲਨਕਾਰੀ ਹੈ, ਖਾਸ ਕਰਕੇ ਜਿਹੜੇ ਹੁਣ ਜਿਹੜੇ ਕਿਸਾਨੀ ਜਿਹੜੇ ਉੱਥੇ ਬੈਠ ਕੇ ਜਿਹੜੇ ਆਪਣੇ ਅੰਦੋਲਨ ਕਰ ਰਹੇ ਨੇ, ਆਪਣੇ ਹੱਕਾਂ ਲਈ ਆਵਾਜ਼ ਚੁੱਕ ਰਹੇ ਨੇ, ਉਹਨਾਂ ਨੇ ਇੱਕ ਨਵਾਂ ਵਰਡ ਇਜਾਦ ਕਰ ਦਿੱਤਾ ਕਿ ਯਾਰ ਇਹ ਤਾਂ ਅੰਦੋਲਨ ਜੀਵੀ ਨੇ। ਮਤਲਬ ਉਹਨਾਂ ਨੂੰ ਬਾਕੀ ਜੀਵਾਂ ਤੋਂ ਵੱਖਰਾ ਜੀਵ ਜਿਹੜਾ ਹੈ ਬਣਾਉਣ ਦਿੱਤਾ, ਉਹਨਾਂ ਨੂੰ ਵੱਖਰਾ ਨਾਮ ਦੇ ਦਿੱਤਾ ਕਿ ਇਹ ਅੰਦੋਲਨ ਜੀਵੀ ਨੇ। ਚਾਹੇ ਉਹਨਾਂ ਨੇ ਕਹਿਣਾ ਸੀਗਾ ਕਿ ਭਾਵੇਂ ਕੋਈ ਜਿਹੜਾ ਵਕੀਲਾਂ ਦਾ ਅੰਦੋਲਨ ਹੈ ਉਹ ਚੱਲ ਰਿਹਾ, ਕੋਈ ਸਟੂਡੈਂਟ ਅੰਦੋਲਨ ਚੱਲ ਰਿਹਾ, ਕਦੇ ਹਰ ਜਗ੍ਹਾ ਪਹੁੰਚ ਜਾਂਦੇ ਨੇ। ਉਹਨਾਂ ਨੇ ਇਸ ਗੱਲ ਤੇ ਜ਼ੋਰ ਦੇਣ ਦੀ ਕੋਸ਼ਿਸ਼ ਨਹੀਂ ਕੀਤੀ ਕਿ ਜਿਹੜਾ ਅੰਦੋਲਨ ਹੈ ਕਿਉਂ ਸ਼ੁਰੂ ਹੋ ਰਿਹਾ। ਅਸੀਂ ਆਜ਼ਾਦੀ ਤੋਂ ਪਹਿਲਾਂ ਦੀ ਗੱਲ ਕਰਦੇ ਹਾਂ, ਉਦੋਂ ਤਾਂ ਸਾਡੇ ਉੱਤੇ ਅੰਗਰੇਜ਼ਾਂ ਦਾ ਰਾਜ ਸੀਗਾ, ਉਹ ਸਾਡੇ ਤੇ ਤਸ਼ੱਦਦ ਢਾਉਂਦੇ ਸੀਗੇ, ਉਹਨਾਂ ਦੇ ਖਿਲਾਫ ਸਾਡਾ ਵਿਦਰੋਹ ਹੁੰਦਾ ਸੀਗਾ, ਅੰਦੋਲਨ ਕਰਦੇ ਸੀਗੇ। ਆਪਣੇ ਸਰਦਾਰ ਭਗਤ ਸਿੰਘ ਹੋਣਾ ਨੇ ਕਾਫੀ
ਅੰਦੋਲਨ ਕੀਤਾ ਹੈ, ਤੁਸੀਂ ਉਹਨਾਂ ਨੂੰ ਵੀ ਅੰਦੋਲਨਜੀਵੀ ਕਹਿ ਰਹੇ ਹੋ। ਉਸ ਤੋਂ ਇਲਾਵਾ ਗੱਲ ਕਰੀ ਮਹਾਤਮਾ ਗਾਂਧੀ, ਜਿਨ੍ਹਾਂ ਨੇ ਕਿੰਨੇ ਹੀ ਅੰਦੋਲਨ ਰਚੇ ਨੇ, ਐਂਡ ਜਿਹੜੀ ਮੌਜੂਦਾ ਸਰਕਾਰ ਹੈ ਉਹਨਾਂ ਦੇ ਕਿੰਨੇ ਹੀ ਅੰਦੋਲਨਾਂ ਦਾ ਨਾਮ ਲੈਂਦੀ ਹੈ, ਈਵਨ ਉਹਨਾਂ ਦੀ ਵਰਸ਼ਗਾਠ ਜਿਹੜੀ ਸਾਲਾਨਾ ਜਿਹੜੀ ਸਾਲਗਿਰਾ ਉਹ ਵੀ ਮਨਾਉਂਦੀ ਹੈ। ਸੋ ਕੀ ਤੁਸੀਂ ਸਾਰੇ ਜਿਹੜੇ ਅੰਦੋਲਨਕਾਰੀ ਨੇ ਤੁਸੀਂ ਉਹਨਾਂ ਨੂੰ ਜਿਹੜਾ ਵਰਡ ਹੈ ਅੰਦੋਲਨਜੀਵੀ ਜਾਂ ਪਰਜੀਵੀ ਜਿਹੜਾ ਹੈ ਤੁਸੀਂ ਉਹਨਾਂ ਨੂੰ ਨਾਮ ਦੇ ਰਹੇ ਹੋ। ਸੋ ਇੱਕ ਨਵੀਂ ਕਹਿੰਦੇ ਕਿ ਨਵੀਂ ਜਮਾਤ ਪੈਦਾ ਹੋ ਚੁੱਕੀ ਹੈ। ਉਹਨਾਂ ਨੇ, ਮੈਂ ਬਾਰ-ਬਾਰ ਕਹਿ ਰਿਹਾ ਕਿ ਮੋਦੀ ਸਰਕਾਰ ਨੇ ਜਾਂ ਫਿਰ ਮੋਦੀ ਨੇ ਇਸ ਗੱਲ ਉੱਤੇ ਬਿਲਕੁਲ ਜ਼ੋਰ ਨਹੀਂ ਦਿੱਤਾ ਕਿ ਆਖਰ ਜਿਹੜੇ ਨਵੇਂ ਜਿਹੜੇ ਅੰਦੋਲਨ ਹੋ ਰਹੇ ਨੇ ਇਹ ਕਿਉਂ ਹੋ ਰਹੇ ਨੇ, ਇਹਨਾਂ ਦਾ ਕਾਰਨ ਕੀ ਹੈ। ਉਹਨਾਂ ਨੇ ਜਸਟ ਮਖੌਲ ਉਡਾ ਦਿੱਤਾ ਉਹ ਸਾਰੇ ਕਿਸਾਨਾਂ ਦਾ, ਉਹਨਾਂ ਸਾਰੇ ਲੋਕਾਂ ਦਾ ਕਿ ਇਹ ਤਾਂ ਅੰਦੋਲਨ ਜੀਵੀ ਨੇ, ਇਹ ਤਾਂ ਪਰਜੀਵੀ ਨੇ। ਸੋ ਖੈਰ ਸਾਹਿਬ, ਜਿਵੇਂ ਕਿ ਮੈਂ ਪਹਿਲਾਂ ਵੀ ਗੱਲ ਕੀਤੀ ਸੀਗੀ, ਜਿਹੜੀ ਨਰਿੰਦਰ ਸਿੰਘ ਤੋਮਰ ਹੁਣੀ ਨੇ ਉਹ ਤਾਂ ਹਮੇਸ਼ਾ ਟੌਂਟਿੰਗ ਵੇ ਦੇ ਵਿੱਚ ਗੱਲ ਤਾਂ ਕਰਦੇ ਨੇ। ਥੋੜੀ ਬਹੁਤੀ ਜਿਹੜੀ ਉਮੀਦ ਸੀਗੀ ਪ੍ਰਧਾਨ ਮੰਤਰੀ ਹੋਣਾ ਤੋਂ, ਕਿਉਂਕਿ ਜਿਹੜੇ ਟਿਕਰੀ ਬਾਰਡਰ ਜਾਂ ਫਿਰ ਸਿੰਘੂ ਬਾਰਡਰ ਦੇ ਆਪਾਂ ਆਲੇ ਦੁਆਲੇ ਜੇਕਰ ਗੱਲ ਕਰੀਏ ਤਾਂ ਉੱਥੇ ਕਿੱਲਾਂ ਤੱਕ ਵਿਛਾਈਆਂ ਗਈਆਂ ਨੇ, ਕਿੱਡੇ ਲੰਬੇ ਲੰਬੇ ਬੈਰੀਕੇਡਸ ਲਗਾਏ ਗਏ ਨੇ। ਉੱਥੇ ਜੇ ਗੱਲ ਕਰਦੇ ਨੇ 26 ਜਨਵਰੀ ਦੀ ਹਿੰਸਾ ਦੀ ਤਾਂ ਕਾਫੀ ਸਾਰੀ ਵੀਡੀਓਜ਼ ਆਪਾਂ ਉਹ ਵੀ ਦੇਖੀਆਂ ਜਿੱਥੇ ਪੁਲਿਸ ਜਿਹੜੀ ਹੈ ਉਹ ਕਿੰਨਾ ਬੁਰੀ ਤਰੀਕੇ ਨਾਲ ਕਿਸਾਨਾਂ ਨੂੰ ਮਾਰਦੀ ਹੈ। ਇਸ ਤੋਂ ਇਲਾਵਾ ਜਿਹੜੇ ਸੋ ਕੋਲਡ ਜਿਹੜੇ ਉੱਥੋਂ ਦੇ ਸਥਾਨਕ ਲੋਕ ਸੀਗੇ ਦਿੱਲੀ ਦੇ ਸਿੰਘੂ ਬਾਰਡਰ ਦੇ ਕੋਲ, ਜਦ ਕਿ ਬੀਜੇਪੀ ਦੇ ਹੀ ਗੁੰਡੇ ਸੀਗੇ, ਉੱਥੇ ਆ ਕੇ ਵੀ ਉਹ ਹਮਲਾ ਕਰਦੇ ਨੇ, ਲੋਕਾਂ ਨੂੰ ਉੱਪਰ ਪੱਥਰ ਮਾਰਦੇ ਨੇ ਜਾਂ ਫਿਰ ਸੋਟੀਆਂ ਮਾਰਦੇ ਨੇ। ਉਸ ਪੂਰੇ ਗੱਲ ਦੀ ਨਿੰਦਾ ਤੱਕ ਨਹੀਂ ਕੀਤੀ ਉਹਨਾਂ ਨੇ, ਜਦਕਿ ਪ੍ਰਧਾਨ ਮੰਤਰੀ ਨੇ ਇਕੱਲੇ ਇੱਕ ਤਬਕੇ ਦੇ ਪ੍ਰਧਾਨ ਮੰਤਰੀ ਨਹੀਂ ਨੇ, ਉਹ ਪੂਰੇ ਦੇਸ਼ ਦੇ ਪ੍ਰਧਾਨ ਮੰਤਰੀ ਨੇ। ਸੋ ਉਹਨਾਂ ਕੋ ਜਿੰਨਾ ਮਰਜ਼ੀ ਤਸ਼ੱਦਦ ਢਾਲਣ, ਬਟ ਫਿਰ ਵੀ ਉਮੀਦ ਰਹਿੰਦੀ ਹੈ ਕਿ ਸ਼ਾਇਦ ਕੋਈ ਚੰਗੀ ਗੱਲ ਆਖਣਗੇ। ਬਟ ਜਿਹੜੀ ਥੋੜੀ ਬਹੁਤੀ ਜਿਹੜੀ ਇੱਜ਼ਤ ਹੈ, ਜਿਹੜਾ ਵਜੂਦ ਹੈ, ਉਹ ਬਿਲਕੁਲ ਖਤਮ ਕਰ ਚੁੱਕੇ ਨੇ, ਆਪਣੀ ਸਾਖ ਦਾ ਖਤਮ ਕਰ ਚੁੱਕੇ ਨੇ। ਉਸ ਕੁਰਸੀ ਦੀ ਜਿਹੜੀ ਰਿਸਪੈਕਟ ਹੈ ਉਹ ਦਿਨੋਂ ਦਿਨ ਹਰ ਰੋਜ਼ ਘਟਦੀ ਜਾ ਰਹੀ ਹੈ, ਕਿਉਂਕਿ ਜਿਹੜੀਆਂ ਗੱਲਾਂ ਇਹਨਾਂ ਨੇ ਕੱਲ ਟੌਂਟਿੰਗ ਵੇ ਵਿੱਚ ਕੀਤੀਆਂ ਨੇ, ਬਾਕੀ ਸਾਰੇ ਲੋਕਾਂ ਨੂੰ ਤੁਸੀਂ ਬੇਵਕੂਫ ਬਣਾ ਰਹੇ ਹੋ ਇੱਕ ਹਿਸਾਬ ਦੇ ਨਾਲ। ਸੰਯੁਕਤ ਕਿਸਾਨ ਮੋਰਚੇ ਦੇ ਹਿਸਾਬ ਨਾਲ ਹੁਣ ਤੱਕ 214 ਲੋਕ ਜਿਹੜੇ ਨੇ ਉਹ ਸ਼ਹੀਦ ਹੋ ਚੁੱਕੇ ਨੇ, ਮਰ ਚੁੱਕੇ ਨੇ। ਤੁਸੀਂ 250 ਲੋਕਾਂ ਦੀ ਜਾਨ ਨੂੰ ਤੁਸੀਂ ਕੋਈ ਵੈਲਿਊ ਨਹੀਂ ਪਾ ਰਹੇ, ਐਂਡ ਹੋਰ ਹਰ ਰੋਜ਼ ਕਿੰਨੇ ਹੀ ਲੋਕ ਹੋਰ ਮਰੀ ਜਾ ਰਹੇ ਨੇ। ਬੜੀ ਮੰਦਭਾਗੀ ਗੱਲ ਹੈ, ਪਰ ਤੁਸੀਂ ਸਾਰੇ ਲੋਕਾਂ ਦੀ ਜਾਨ ਨੂੰ ਤੁਸੀਂ ਕੋਈ ਵੈਲਿਊ ਨਹੀਂ ਪਾ ਰਹੇ। ਤੁਸੀਂ ਸਾਰੇ ਲੋਕਾਂ ਨੂੰ ਅੰਦੋਲਨ ਜੀਵੀ, ਪਰਜੀਵੀ, ਈਵਨ ਇਹਨਾਂ ਨੂੰ ਕਿਹਾ ਜਾ ਰਿਹਾ ਕਿ ਤੁਸੀਂ FDI ਦਾ ਸ਼ਿਕਾਰ ਹੋ ਰਹੇ ਹੋ। FDI ਇਹਨਾਂ ਨੇ ਐਕਸਪਲੇਨ ਕੀਤਾ ਕਿ ਫੋਰਨ ਡਿਸਟਰਕਟਿਵ ਆਈਡੀਏਸ਼ਨ, ਯਾਨੀ ਕਿ ਫੋਰਨਾਂ ਜਿਹੜੀਆਂ ਵਿਦੇਸ਼ੀ ਤਾਕਤਾਂ ਨੇ ਉਹ ਇਸ ਅੰਦੋਲਨ ਨੂੰ ਚਲਾ ਰਹੀਆਂ ਨੇ। ਮਤਲਬ ਤੁਹਾਡੀ ਕੋਲ ਆਪਣੇ ਆਪ ਦੀ ਪਾਵਰ ਨਹੀਂ ਹੈ ਕਿ ਵਿਦੇਸ਼ਾਂ ਵਿੱਚ ਕੋਈ ਵੀ ਕੁਝ ਕਹਿ ਰਿਹਾ ਵਾ ਤੁਹਾਡਾ ਅੰਦੋਲਨ ਚੱਲੀ ਜਾ ਰਿਹਾ। ਮਤਲਬ ਖੁਦ ਆਪਣੀ ਗੱਲ ਤੇ ਸਟੈਂਡ ਲੈਣ ਵਾਲੀ ਸਰਕਾਰ ਨਹੀਂ ਹੈ। ਐਂਡ ਜਿਵੇਂ ਕਿ ਮੈਂ ਬਾਰ-ਬਾਰ ਕਹਿ ਰਿਹਾ ਕਿ ਕਿਸਾਨੀ ਅੰਦੋਲਨ ਜੋ ਕਿ ਦੁਨੀਆ ਦਾ ਸਭ ਤੋਂ ਸ਼ਾਂਤਮਈ ਅੰਦੋਲਨ ਹੈ, ਸਭ ਤੋਂ ਵੱਡਾ ਅੰਦੋਲਨ ਹੈ, ਉਸ ਨੂੰ ਲਗਾਤਾਰ ਬਦਨਾਮ ਕਰਨ ਦੀ ਈਵਨ ਹੁਣ ਤਾਂ ਬੇਸ਼ਰਮੀ ਦੀ ਹੱਦ ਹੋ ਗਈ ਹੈ ਕਿ ਉਹ ਆਪਣੇ ਇਸ ਅੰਦੋਲਨ ਨੂੰ, ਸਾਡੇ ਅੰਦੋਲਨ ਨੂੰ ਉਹ ਬਦਨਾਮ ਦੀ ਬਜਾਏ ਹੁਣ ਮਜ਼ਾਕ ਕਰਨ ਤੇ ਉੱਤੇ ਆ ਗਏ ਹੋਏ ਨੇ। ਦੇਖੋ ਮੋਹਿਤ ਜੀ, ਇੱਕ ਗੱਲ ਤਾਂ ਤੁਹਾਡੀ ਜਿਹੜੀ ਹੈ ਕਿ ਉਹਨਾਂ ਨੇ ਕਿਹਾ ਅੰਦੋਲਨ ਜੀਵੀ ਹਾਂ, ਤਾਂ ਸਾਨੂੰ ਮਾਣ ਹੈ ਅਸੀਂ ਅੰਦੋਲਨ ਜੀਵੀ ਹਾਂ, ਕਿਉਂਕਿ ਅਸੀਂ ਉਸ ਚੀਜ਼ ਦੇ ਲਈ ਖੜੇ ਹਾਂ ਜਿਹੜੇ ਹੱਕ ਸੱਚ ਦੇ ਲਈ ਲੜ ਰਹੇ ਨੇ, ਸ਼ਾਂਤਮਈ ਲੜ ਰਹੇ ਹਾਂ। ਸਾਨੂੰ ਇਸ ਗੱਲ ਤੇ ਵੀ ਮਾਣ ਹੈ। ਪਿੱਛੇ ਜੇ ਸਾਡੇ ਮੋਦੀ ਸਾਹਿਬ ਜਿਹੜੇ ਨੇ ਉਹ ਰਾਜਘਾਟ ਜਾਂਦੇ ਨੇ, ਉੱਥੇ ਉਹ ਫੋਟੋਆਂ ਖਿਚਾਉਂਦੇ ਨੇ, ਕਿਉਂਕਿ ਰਾਜਘਾਟ ਦੇ ਉੱਤੇ ਜਿਹੜੀ ਸਮਾਧੀ ਹੈ, ਰਾਜਘਾਟ ਸਮਾਧੀ ਹੈ, ਉਹ ਮਹਾਤਮਾ ਗਾਂਧੀ ਦੀ ਹੈ। ਸੋ ਉਹਨਾਂ ਦਾ ਸੱਤਿਆਗ੍ਰਹਿ ਅੰਦੋਲਨ ਜਿਹੜਾ ਹੈ ਉਸ ਦੇ ਨੇ ਬੜੀਆਂ ਵੱਡੀਆਂ ਜਿਹੜੀਆਂ ਆਪਣੀਆਂ ਯੋਜਨਾਵਾਂ ਨੇ ਉਹਨਾਂ ਦਾ ਲਾਂਚ ਕਰਦੇ ਨੇ, ਪ੍ਰਤੀ ਅਰਪਣ ਕਰਦੇ ਨੇ ਜੀ। ਇਹਨਾਂ ਨੂੰ ਲੱਗਦਾ ਹੈ ਕਿ ਅੰਦੋਲਨ ਹੀ ਜੇ ਇੱਦਾਂ ਦੀ ਜੜ ਹੈ ਜਿਹਨੇ ਸਾਨੂੰ ਆਜ਼ਾਦੀ ਦੇ ਦਿੱਤੀ ਹੈ। ਜਿਵੇਂ ਤੁਸੀਂ ਕਿਹਾ ਕਿ 1857 ਦਾ ਬੈਕਾਪੁਰ ਛਾਉਣੀ ਦਾ ਜਿਹੜਾ ਵਿਦਰੋਹ ਹੈ ਉਹਦੀ ਹੱਲੇ ਵੀ ਅਸੀਂ ਚਰਚਾ ਕਰਦੇ ਹਾਂ। ਫਿਰ ਕਿਉਂ ਨਾ ਸਾਡੇ ਵਾਲਾ ਜਿਹੜਾ ਅੰਦੋਲਨ ਹੈ, ਚਾਹੇ ਅਸੀਂ ਅੰਦੋਲਨ ਜੀਵੀ ਬਣ ਜਾਈਏ ਤੇ ਸਾਨੂੰ ਕਿਉਂ ਨਾ ਮਾਣ ਹੋਵੇ ਇਸ ਅੰਦੋਲਨ ਦੇ ਉੱਤੇ ਜੀ। ਸਰਕਾਰਾਂ ਜਿਹੜੀ ਹੈ ਉਹ ਇਸ ਟਾਈਮ ਇੱਕ ਤਰੀਕੇ ਦੇ ਨਾਲ ਇੱਕੋ ਤੂਤੀ ਬੋਲਦੇ ਆ, ਕਹਿੰਦੇ ਹੁੰਦੇ ਨਾ ਕਿ ਕਾਵਾਂ ਟੋਲੀ ਇੱਕੋ ਹੀ ਬੋਲੀ। ਇਹਨਾਂ ਸਾਰਿਆਂ ਦਾ ਇੱਕ ਹੀ ਰੁਝੇਵਾਂ ਹੈ, ਇੱਕ ਹੀ ਬੋਲੀ ਆ, ਇੱਕੋ ਹੀ ਸਟਾਈਲ ਹੈ, ਇੱਕੋ ਹੀ ਸਟਾਇਰ ਆ। ਹੁਣ ਕੱਲ ਦੀ ਗੱਲ ਕੀਤੀ ਜਾਵੇ ਤੇ ਕੱਲ ਮੈਂ ਹਮੇਸ਼ਾ ਕਹਿੰਦਾ ਸੀ ਕਿ ਸਰਕਾਰ ਦੇ ਕੋਲ ਨਾ ਤਾਂ ਦਿਲ ਹੈ ਤੇ ਨਾ ਹੀ ਦਿਮਾਗ ਹੈ। ਕੱਲ ਫਿਰ ਉਹਨਾਂ ਨੇ ਦਿਲ ਵਾਲਾ ਪਾਸਾ ਜਿਹੜਾ ਹੈ ਉਹ ਦਿਮਾਗ ਦੇ ਨਾਲ ਵਰਤਣਾ ਸ਼ੁਰੂ ਕਰ ਲਿਆ ਕਿ ਥੋੜਾ ਜਿਹਾ ਇਮੋਸ਼ਨਲ ਟੱਚ ਦਿੰਨੇ ਆ। ਜਦੋਂ ਐਡਾ ਵੱਡਾ ਲੀਡਰ ਇਮੋਸ਼ਨਲ ਹੋ ਕੇ, ਭਾਵਕ ਹੋ ਕੇ ਕਹੂਗਾ ਵੀ ਇੱਕ ਮੌਕਾ ਦੇ ਦਿਓ, ਸ਼ਾਇਦ ਲੋਕੀ ਕਹਿ ਜਾਣਗੇ ਵੀ ਸਹੀ, ਇੱਕ ਮੌਕਾ ਮੰਗਦਾ, ਇੱਕ ਮੌਕਾ ਦੇ ਦਿੰਨੇ ਇਹਨੂੰ ਬਈ ਇੱਕ ਮੌਕਾ। ਐਡੇ ਵੀ ਇਹ ਕਾੜੇ ਵਿਚਾਰੇ ਹੋਏ, ਉੱਦਾਂ ਤਾਂ ਕਹਿੰਦੇ ਜੀ ਪੰਜਾਬੀ ਦਿਲਦਾਰ ਆ, ਉੱਦਾਂ ਕਹਿੰਦੇ ਜੀ ਕਿਸਾਨਾਂ ਦਾ ਦਿਲ ਬਹੁਤ ਵੱਡਾ ਆ। ਫਿਰ ਜੇ ਇੱਕ ਮੌਕਾ ਮੰਗਣ ਡਿਆ ਤੇ ਫਿਰ ਅਸੀਂ ਇੱਕ ਮੌਕਾ ਦੇ ਦਿੰਨੇ ਆ। ਉਹ ਇੱਕ ਮੌਕਾ ਜਿਹੜਾ ਸੀਗਾ ਉਹ ਇੱਕ ਇਮੋਸ਼ਨਲ ਤਕਰੀਰ ਲਿਖੀ ਹੋਈ ਸੀਗੀ, ਸਭ ਨੂੰ ਪਤਾ ਲੱਗਦਾ ਸੀ ਕਿ ਉਹ ਇੱਕ ਕੱਲੀ ਗੱਲ ਜਿਹੜੀ ਹੈ ਉਹ ਇੱਕ ਤਰੀਕੇ ਦੇ ਨਾਲ ਮੈਨੂੰ ਲੱਗਦਾ ਹੁੰਦਾ ਕਿ ਡਿਸਪਲੇ ਵੀ ਹੋ ਰਹੀ ਹੋਣੀ ਉਹਨਾਂ ਨੂੰ ਕਿਤੇ ਨਾ ਕਿਤੇ। ਉਹ ਪਰਚੀ ਤੇ ਲਿਖ ਕੇ ਲਿਆ ਕੇ ਕੱਲੀ ਚੀਜ਼ ਬੋਲ ਰਹੇ ਸੀਗੇ ਕਿ ਬਈ ਅਸੀਂ ਤਿਆਰ ਆ, ਤੁਸੀਂ ਇੱਕ ਵਾਰੀ ਟਰਾਇਲ ਵਰਜਨ ਤਾਂ ਲਾ ਦਿਓ। ਪਰ ਮੋਦੀ ਸਾਹਿਬ ਭੁੱਲ ਗਏ ਨੇ ਕਿ ਥੋੜ੍ਹੀਆਂ ਚੀਜ਼ਾਂ ਦਾ ਟਰਾਇਲ ਵਰਜਨ ਨਹੀਂ ਹੁੰਦਾ। ਜੇ ਟਰਾਇਲ ਵਰਜਨ ਹੋਣਾ ਸੀ ਤਾਂ ਤੁਸੀਂ ਪਹਿਲਾਂ ਟਰਾਇਲ ਵਰਜਨ ਕਰਨਾ ਸੀਗਾ। ਲੋਕ ਕਿਸਾਨਾਂ ਦੇ ਨਾਲ ਗੱਲਬਾਤ ਕਰਨੀ ਸੀ ਵੀ 1 ਮਹੀਨਾ 2 ਮਹੀਨੇ ਅਸੀਂ ਟਰਾਇਲ ਵਰਜਨ ਕਰ ਰਹੇ ਹਾਂ ਜੀ। ਜੇ ਟਰਾਇਲ ਵਰਜਨ ਤੋਂ ਬਾਅਦ ਇਹ ਚੀਜ਼ ਸਹੀ ਨਹੀਂ ਹੋਊਗੀ ਤਾਂ ਫਿਰ ਇਹ ਠੀਕ ਨਹੀਂ ਹੋਊਗੀ। ਨਾਲੇ ਲੋਕਤੰਤਰ 'ਚ ਕਾਹਦਾ ਟਰਾਇਲ ਵਰਜਨ,
ਜਿੱਥੇ ਤੁਸੀਂ ਲੋਕਤੰਤਰ ਮਤਲਬ ਲੋਕਾਂ ਦੀ ਸਰਕਾਰ ਹੈ, ਲੋਕਾਂ ਤੋਂ ਪੁੱਛ ਕੇ ਲੋਕਾਂ ਦੇ ਨਾਲ ਚੱਲ ਕੇ ਤੁਸੀਂ ਸਰਕਾਰਾਂ ਦੇ ਵਿੱਚ ਫੈਸਲੇ ਲੈਣੇ ਆ। ਇਹ ਸਰਕਾਰ ਜਦੋਂ ਦੀ ਆਈ ਹੈ ਧੜਾ ਧੜ ਫੈਸਲੇ ਲੈਂਦੀ ਆਈ ਹੈ, ਬਿਨਾਂ ਲੋਕਾਂ ਤੋਂ ਪੁੱਛੇ, ਬਿਨਾਂ ਰਿਵਿਊ ਕਮੇਟੀ ਬਿਠਾਏ, ਬਿਨਾਂ ਐਕਸਪਰਟ ਪੈਨਲ ਬਿਠਾਏ, ਇਹਨਾਂ ਦੇ ਸਾਰੇ ਫੈਸਲੇ ਸੀਗੇ। ਹੁਣ ਇਹ ਕਹਿੰਦੇ ਜੀ ਟ੍ਰਾਇਲ ਵਰਜਨ ਲਾ ਲਓ, ਜੇ ਕੋਈ ਲੂਪ ਹੋਲ ਨਿਕਲਿਆ ਤਾਂ ਅਸੀਂ ਉਹਨੂੰ ਟਾਈਟ ਕਰ ਦਾਂਗੇ। ਬਈ ਇਦਾਂ ਕਿੱਦਾਂ ਤੁਸੀਂ ਟਾਈਟ ਕਰ ਦੋਗੇ, ਇੰਨੇ ਚਿਰ ਦਾ ਤੁਹਾਡੇ ਕੋਲੇ ਟਾਈਟ ਨਹੀਂ ਹੋਇਆ ਜੀ। ਮੈਂ ਉੱਤਰਾਖੰਡ ਬਾਰੇ ਖਬਰਾਂ ਪੜ੍ਹ ਰਿਹਾ, 26 ਲੋਕਾਂ ਦੀ ਜਾਨ ਚਲੇਗੀ, ਹਲੇ ਵੀ ਉੱਥੇ ਬਹੁਤ ਜ਼ਿਆਦਾ ਜਿਹੜੇ ਨੇ ਮਿਸਿੰਗ ਲੋਕ ਨੇ। ਤੇ ਪੀਐਮ ਮੋਦੀ ਸਾਹਿਬ ਕਹਿੰਦੇ ਨੇ ਕਿ ਅਸੀਂ ਬੜੇ ਦੁਖੀ ਹਾਂ ਕਿ 26 ਲੋਕਾਂ ਦੀ ਜਾਨ ਚਲੇਗੀ। ਅਸੀਂ ਵੀ ਬਹੁਤ ਦੁਖੀ ਹਾਂ ਕਿਉਂਕਿ ਉੱਥੇ ਕੁਦਰਤੀ ਨੈਚੁਰਲ ਕਲਾਮਿਟੀ ਹੋਈ ਆ ਔਰ ਉਸ ਤੋਂ ਬਾਅਦ ਇੱਦਾਂ ਦੀ ਘਟਨਾ ਹੋਣਾ ਔਰ 26 ਜਾਨਾਂ ਚਲੇ ਜਾਣੀਆਂ ਇੱਕ ਬਹੁਤ ਵੱਡਾ ਅੰਕੜਾ ਹੈ। ਉਸੇ ਟਾਈਮ ਤੁਸੀਂ ਕਹਿੰਦੇ ਹੋ ਕਿ 250 ਦੀ ਜਾਨ ਚਲੇਗੀ ਹੈ। ਉਹਨਾਂ ਦੇ ਲਈ ਹੱਲੇ ਕੋਈ ਤੱਕ ਇੱਕ ਟਵੀਟ ਨਹੀਂ ਆਉਂਦਾ, ਹੱਲੇ ਤੱਕ ਕਿਸੇ ਦੀ ਕੋਈ ਸ਼ਰਧਾਂਜਲੀ ਨਹੀਂ ਆਉਂਦੀ। ਹਾਂ, ਜਦੋਂ ਪਿੱਛੇ ਜੇ ਮੀਟਿੰਗ ਹੋਈ ਸੀਗੀ ਉਦੋਂ 1-2 ਮਿੰਟ ਦਾ ਮੌਨ ਰੱਖ ਕੇ ਇਹਨਾਂ ਨੇ ਕਿਹਾ ਸੀ ਵੀ ਸਾਡਾ ਕੰਮ ਤਮਾਮ ਹੋ ਗਿਆ। ਇਹ ਮੌਨ ਰੱਖ ਕੇ ਨਹੀਂ, ਇਹਨਾਂ ਦੇ ਬਾਰੇ ਗੱਲ ਕਰਕੇ, ਇਹਨਾਂ ਦੇ ਮਸਲੇ ਹੱਲ ਕਰਕੇ ਜਿਹੜੀ ਹੈ ਉਹ ਇਹ ਮਸਲੇ ਦਾ ਹੱਲ ਹੋਣਾ ਹੈ ਜੀ। 2014 ਨੂੰ ਇਹ ਸਹੁੰ ਚੁੱਕਦੇ ਨੇ, ਪਹਿਲੀ ਵਾਰ ਜਦੋਂ ਆਉਂਦੇ ਨੇ ਇੱਕ ਸਪੀਚ ਦੇ ਵਿੱਚ ਇਹਨਾਂ ਨੇ ਕਿਹਾ ਕਿ ਮੈਂ ਦੇਸ਼ ਕੋ ਬਿਕਨੇ ਨਹੀਂ ਦੂੰਗਾ। ਤਾਂ ਤੁਸੀਂ ਬਜਟ ਦੇਖ ਲਿਆ, ਬਜਟ ਦੇ ਵਿੱਚ ਜਿਹੜੀ ਚੀਜ਼ ਰਹਿੰਦੀ ਸੀਗੀ ਉਹ ਵੀ ਇਹਨਾਂ ਨੇ ਵੇਚ ਦਿੱਤੀ। ਇੰਸ਼ੋਰੈਂਸ ਕੰਪਨੀਆਂ ਜਿਹੜੀਆਂ ਸੀ, ਸਾਨੂੰ ਲੱਗਦਾ ਸੀ ਕਿ ਉਹਦੇ ਵਿੱਚ FDI ਨਹੀਂ ਹੋਊਗਾ, ਤੇ ਉਹਦੇ ਵਿੱਚ ਵੀ ਹੁਣ ਕਹਿੰਦੇ ਜੀ ਸਾਡਾ ਨਹੀਂ ਸਰਦਾ, ਅਸੀਂ ਵੇਚ ਦਈਏ। ਲਾਲ ਕਿਲੇ ਤੋਂ ਲੈ ਕੇ ਰੇਲਵੇ ਤੱਕ ਜਿਹੜਾ ਹੈ ਹੁਣ LIC ਜਿਹੜੀ ਹੈ ਉਹ ਵੀ ਇਹਨਾਂ ਨੇ ਵੇਚ ਦਿੱਤੀ। 1956 ਦੇ ਵਿੱਚ LIC ਸ਼ੁਰੂ ਹੁੰਦੀ ਆ ਔਰ 250 ਤੋਂ ਵੱਧ ਕੰਪਨੀਆਂ ਜਿਹੜੀਆਂ ਛੋਟੀਆਂ ਕੰਪਨੀਆਂ ਸੀ ਉਹਨਾਂ ਨੂੰ ਮਿਲਾ ਕੇ ਸਰਕਾਰ ਨੇ ਇੱਕ ਯੋਜਨਾਬੰਦ ਤਰੀਕੇ ਦੇ ਨਾਲ ਉਹ ਛੋਟੀਆਂ ਕੰਪਨੀਆਂ ਮਿਲਾਈਆਂ ਵੀ ਤੁਸੀਂ ਇਦਾਂ ਕਰਿਓ ਵੀ ਆਹ ਜਿਹੜੀ ਚੀਜ਼ ਹੈ ਇਹ ਤੁਹਾਡੇ ਲਈ ਅਸੀਂ ਬਣਾ ਦਿੱਤੀ ਆ, ਤੁਸੀਂ ਸਿਰਫ ਤੇ ਸਿਰਫ ਕੁਝ % ਜਿਹੜਾ ਹੈ ਸਰਕਾਰ ਨੂੰ ਦੇਣਾ, ਬਾਕੀ 94-95% ਜਿਹੜਾ ਹੈ ਤੁਸੀਂ ਵਰਤ ਲੈਣਾ। ਹੁਣ ਤੁਸੀਂ FDI ਦੇਖ ਲਓ, FDI ਆਊਗੀ ਤੇ FDI ਦਾ ਮਤਲਬ ਹੈ ਫੋਰਨ ਡਾਇਰੈਕਟ ਇਨਵੈਸਟਮੈਂਟ। ਜਿੱਥੇ FDI ਦੀ ਇੱਕ ਬੰਨੇ ਦੂਸਰੀ ਪਰਿਭਾਸ਼ਾ ਦੇਣ ਦੇ ਆ ਤਾਂ ਤੁਸੀਂ FDI ਆਪਣੇ ਡਿਫੈਂਸ ਤੱਕ ਵਾੜ ਲਈ। ਕੀ ਤੁਹਾਡੇ ਕੋਲ ਜਿਹੜੀ DRDO ਤੁਹਾਡੀ ਸੰਸਥਾ ਹੈ ਉਹ ਜਿਹੜੇ ਟ੍ਰੇਨ ਤੁਸੀਂ ਲੈਂਦੇ ਹੋ, ਜਿਹੜੀ ਟੈਕਨੋਲੋਜੀ ਲੈਂਦੇ ਹੋ, ਉਹ ਸਹੀ ਨਹੀਂ ਸੋਧ ਨਹੀਂ ਸਕਦੇ। ਇਹਨਾਂ ਨੇ ਹਰ ਚੀਜ਼ ਨੂੰ ਨਪੁੰਸਕ ਬਣਾ ਦਿੱਤਾ। ਲਾਲ ਕਿਲਾ ਜਿਹਨੂੰ ਇਹ ਧਰੋਹਰ ਕਹਿੰਦੇ ਨੇ, ਇਹਨਾਂ ਨੇ ਡਾਲਬੀਆ ਪਰਿਵਾਰ ਨੂੰ ਗਹਿਣੇ ਪਾ ਦਿੱਤਾ, ਲੀਜ਼ ਤੇ ਦੇ ਦਿੱਤਾ ਵੀ ਸਾਡੇ ਤੋਂ ਰੱਖ ਰਖਾਲ ਨਹੀਂ ਹੁੰਦਾ। ਤੁਸੀਂ ਦੇਖ ਲਓ ਜਿਹੜੇ ਮੁਲਕ ਤੋਂ, ਜਿਹੜੇ ਦੇਸ਼ ਤੋਂ ਆਪਣੀ ਰਾਸ਼ਟਰੀ ਧਰੋਹਰਾਂ ਨਹੀਂ ਸੰਭਾਲ ਹੁੰਦੀਆਂ, ਉਹ ਮੁਲਕ ਕਿੱਥੇ ਹੈਡ ਕਰ ਰਿਹਾ। ਸੋ ਇਦਾਂ ਹੀ ਮੈਂ ਕਹਿੰਦਾ ਕਿ ਬਿਕਨੇ ਨਹੀਂ ਦਊਂਗਾ, ਬਿਕਨੇ ਨੂੰ ਲੈ ਕੇ ਇਹਨਾਂ ਨੇ ਸਭ ਕੁਝ ਵੇਚ ਦਿੱਤਾ। BSNL ਵੇਚਿਆ, ਐਵੀਏਸ਼ਨ ਵੇਚੀ, ਬਿਜਲੀ ਵੇਚੀ, ਹੁਣ ਰੇਲ ਵੇਚੀ, ਹੁਣ ਜਿਹੜਾ ਆਪਾਂ LIC ਕਹਿ ਲਈਏ ਉਹ ਵੀ ਵੇਚ ਦਿੱਤੀ, ਸਕੂਲ ਵੀ ਵੇਚ ਦਿੱਤੇ। ਸੋ ਉਹ ਇੱਕ ਤਰੀਕੇ ਦੇ ਨਾਲ ਜੇ ਅਸੀਂ ਪਿਛਲੀ ਹਿਸਟਰੀ ਜਿਹੜੀ ਹੈ ਪੜ੍ਹ ਲਈਏ, ਇੱਕ ਬਹੁਤ ਵੱਡਾ ਤਾਣਾ ਬਾਣਾ ਹੈ। ਇਹ ਇਮੋਸ਼ਨਲ ਹੋਣ ਵਾਲਾ ਮੁੱਦਾ ਨਹੀਂ ਹੈ। ਫਿਰ ਇਹਦੇ ਉੱਤੇ ਰਾਕੇਸ਼ ਟਕੈਤ ਨੇ ਕਿਹਾ, ਇੱਕ ਸਟੇਟਮੈਂਟ ਇਹਨਾਂ ਨੇ PM ਮੋਦੀ ਹੋਣਾ ਨੇ ਇਹਦੇ ਵਿੱਚ ਰਾਜ ਸਭਾ ਦੇ ਵਿੱਚ ਗੱਲ ਕਹੀ ਹੈ ਕਿ ਬਈ MSP ਅਸੀਂ ਦਿੰਦੇ ਹਾਂ, ਅਸੀਂ MSP ਤਾਂ ਦੇ ਹੀ ਰਹੇ ਹਾਂ, ਅਸੀਂ MSP ਤੋਂ ਭੱਜਣ ਨਹੀਂ ਰਹੇ। ਬਈ ਤੁਹਾਨੂੰ ਕੋਈ ਕਹਿ ਰਿਹਾ ਕਿ ਤੁਸੀਂ MSP ਨਹੀਂ ਦਿੰਦੇ, ਸਗੋਂ ਪੰਜਾਬ ਤੇ ਹਰਿਆਣਾ ਤਾਂ 2 ਸਟੇਟਾਂ ਜਿੱਥੇ ਤੁਸੀਂ MSP ਦਿੰਦੇ ਹੋ। ਜੇ ਤੁਸੀਂ MSP ਦੇ ਰਹੇ ਹੋ ਤਾਂ ਫਿਰ MSP ਨੂੰ ਐਕਟ ਬਣਾਉਣ 'ਚ ਕੀ ਹਰਜ ਹੈ, ਫਿਰ ਉੱਤੇ ਪ੍ਰੋਕਿਉਰਮੈਂਟ ਯਾਨੀ ਕਿ ਖਰੀਦਦਾਰੀ ਕਰਨ 'ਚ ਕੀ ਹਰਜ ਹੈ। ਗੱਲ ਇਹ ਹੈ ਕਿ ਸਰਕਾਰਾਂ ਜਿਹੜੀਆਂ ਨੇ ਉਹ ਆਪਣੀ ਤੂਤੀ ਵੱਲ ਰਹੀਆਂ ਨੇ। ਮੈਂ ਬਹੁਤ ਵਾਰ ਗੱਲ ਕਰਦਾ ਕਿ ਜਦੋਂ ਫਾਸ਼ੀਵਾਦੀ ਲੋਕ ਆਉਂਦੇ ਨੇ ਉਹਨਾਂ ਨੂੰ ਲੱਗਦਾ ਕਿ ਸਾਡੀ ਸਟੇਟਮੈਂਟ ਸਹੀ ਹੈ ਔਰ ਉਹ ਸਟੇਟਮੈਂਟ ਨੂੰ ਸਹੀ ਕਰਨ ਦੇ ਲਈ ਇਹ ਦੁਨੀਆ ਭਰ ਦੀ ਤਾਕਤ ਝੋਕ ਦਿੰਦੇ ਨੇ। ਇਹਦੀ ਬਹੁਤ ਵੱਡੀ ਐਗਜ਼ਾਮਪਲ ਟਰੰਪ ਸਾਹਿਬ ਨੇ। ਟਰੰਪ ਸਾਹਿਬ ਜਦੋਂ ਆਉਂਦੇ ਨੇ ਤੇ ਕਿਸੇ ਨੇ ਉਹਨਾਂ ਨੂੰ ਕਹਿ ਦਿੱਤਾ ਕਿ ਤੁਸੀਂ ਜਿਹੜਾ ਹੈ ਤੁਹਾਡਾ ਅਮਰੀਕਾ ਜਿਹੜਾ ਹੈ, ਤੁਹਾਡੀਆਂ ਡਿਵੈਲਪ ਕੰਟਰੀਆਂ ਜਿਹੜੀਆਂ ਨੇ ਉਹ ਜਲਵਾਯੂ ਪਰਿਵਰਤਨ ਦੇ ਵਿੱਚ ਸਭ ਤੋਂ ਵੱਡਾ ਯੋਗਦਾਨ ਉਹਨਾਂ ਦਾ ਹੀ ਹੈ ਕਿਉਂਕਿ ਤੁਸੀਂ ਸਭ ਤੋਂ ਜ਼ਿਆਦਾ ਗੈਸਾਂ ਛੱਡਦੇ ਹੋ। ਉਹਨਾਂ ਨੇ ਇਸੇ ਤੜ ਦੇ ਵਿੱਚ ਆ ਕੇ ਆਪਣਾ ਨਾਂ ਜਿਹੜਾ ਸੀਗਾ ਪੈਰਿਸ ਐਗਰੀਮੈਂਟ ਤੋਂ ਵਾਪਸ ਲੈ ਲਿਆ। ਇੱਦਾਂ ਹੀ ਬਹੁਤ ਸਾਰੀਆਂ ਘਟਨਾ ਹੋਈਆਂ। ਉਹਨਾਂ ਨੂੰ ਲੱਗਦਾ ਸੀ ਕਿ ਜੋ ਮੈਂ ਕਹਿ ਰਿਹਾ ਹਾਂ ਉਹ ਸਹੀ ਹੈ, ਇਸ ਲਈ ਮੈਂ ਉਹਨੂੰ ਪ੍ਰੂਵ ਕਰਨ ਦੇ ਲਈ ਪੂਰੀ ਆਪਣੀ ਤਾਕਤ, ਆਪਣਾ ਲਸ਼ਕਰ ਧਾਮ ਚੋਕ ਦੇਵਾਂ। ਇੱਦਾਂ ਦੀ ਸਟੇਮ ਜਿਹੜੀ ਹੁਣ ਸਿਚੁਏਸ਼ਨ ਹੈ ਉਹ ਪੂਰੇ ਸਾਡੇ ਭਾਰਤ ਦੇ ਵਿੱਚ ਹੋਈ ਆ। ਇੱਦਾਂ ਲੱਗਦਾ ਕਿ ਸਰਕਾਰ ਨੂੰ ਲੱਗ ਰਿਹਾ ਕਿ ਮੈਂ ਜੋ ਕਹਿ ਰਹੀ ਹਾਂ ਉਹ ਸਹੀ ਹੈ, ਹਿੰਡ। ਸੋ ਸਾਡੀ ਸਰਕਾਰ ਵੀ ਇੱਦਾਂ ਆ ਕਿ ਹਿੰਡ ਪਗਾਉਣ ਤੇ ਲੱਗੀ ਹੋਈ ਆ। ਉਹਨੂੰ ਲੱਗਦਾ ਹੈ ਕਿ ਸ਼ਾਇਦ ਜੋ ਮੈਂ ਕਹਿ ਰਹੀ ਹਾਂ ਉਹ ਬਿਲਕੁਲ ਸਹੀ ਹੈ ਔਰ ਆਪਣਾ ਸਾਰਾ ਲਸ਼ਕਰ ਧਾਮ ਜਿਹੜਾ ਹੈ ਉਹ ਆਪਣੀ ਸਟੇਟਮੈਂਟਸ ਨੂੰ ਕਰੈਕਟ ਕਰਨ ਦੇ ਲਈ ਝੋਕਣਾ ਸ਼ੁਰੂ ਕਰ ਦਿੱਤਾ ਉਹਨਾਂ ਨੇ। ਜੀ ਖੈਰ ਸਾਹਿਬ, ਤੁਸੀਂ ਗੱਲ ਕੀਤੀ ਰਾਜ ਸਭਾ ਦੇ ਵਿੱਚ PM ਮੋਦੀ ਹੋਣਾ ਦੀ ਸਪੀਚ ਦੀ, ਤਾਂ ਖੈਰ ਸਾਹਿਬ ਉਹਨਾਂ ਵਿੱਚ ਨਾ ਇੱਕ ਹੋਰ ਜਿਹੜੀ ਗੱਲ ਉਹਨਾਂ ਨੇ ਆਖੀ ਹੈ ਜੋ ਬੜੀ ਮਾੜੀ ਗੱਲ ਹੈ। ਐਂਡ ਸੇਮ ਲੱਗ ਰਿਹਾ ਸੀਗਾ ਕਿ ਜੋ ਮੀਡੀਆ ਬੋਲ ਰਿਹਾ ਨਾ ਉਹ ਅੱਜ ਮੋਦੀ ਬੋਲ ਰਿਹਾ। ਅੱਗੇ ਕੀ ਹੁੰਦਾ ਸੀਗਾ ਕਿ ਜੋ ਮੋਦੀ ਬੋਲਦੇ ਸੀਗੇ ਉਹ ਬਾਕੀ ਸਾਰਾ ਮੀਡੀਆ ਚਲਾ ਰਿਹਾ ਸੀਗਾ, ਬਟ ਕੱਲ ਉਲਟ ਸੀਗੀ। ਕੱਲ ਜੋ ਪਿਛਲੇ ਕਾਫੀ ਲੰਬੇ ਸਮੇਂ ਤੋਂ ਮੀਡੀਆ ਕਹਿਣ ਦੀ ਕੋਸ਼ਿਸ਼ ਕਰ ਰਿਹਾ ਸੀਗਾ ਉਹੀ ਜ਼ਬਾਨ ਜਿਹੜੀ ਹੈ ਕੱਲ ਪ੍ਰਧਾਨ ਮੰਤਰੀ ਮੋਦੀ ਕਰ ਰਹੇ ਸਨ। ਤਾਂ ਕੱਲ ਉਹਨਾਂ ਨੇ ਕੀ ਕਿਹਾ ਕਿ ਜਿਹੜੇ ਸਾਡੇ ਸਿੱਖ ਨੇ ਉਹ ਸਾਡੇ ਦੇਸ਼ ਦੀ ਆਨ ਬਾਨ ਸ਼ਾਨ ਹੈ ਜੀ, ਠੀਕ ਹੈ ਜੀ, ਉਹਨਾਂ ਨੂੰ ਇਸ ਅੰਦੋਲਨ ਨੂੰ ਖਤਮ ਕਰ ਦੇਣਾ ਚਾਹੀਦਾ। ਸੋ ਇਟ ਮੀਨਸ ਕਿ ਉਹਨਾਂ ਨੇ ਸਿਰਫ ਤੇ ਸਿਰਫ ਸਿੱਖਾਂ ਨੂੰ ਟਾਰਗੇਟ ਕਰ ਦਿੱਤਾ, ਸਿੱਖਾਂ ਦੇ ਮੱਥੇ ਮੜ ਦਿੱਤਾ ਕਿ ਸਿਰਫ ਤੇ ਸਿਰਫ ਸਿੱਖ ਹੀ ਉੱਥੇ ਬੈਠੇ ਨੇ।
ਯਾਨੀ ਕਿ ਧਰਮ ਵਾਲਾ ਜਿਹੜਾ ਐਂਗਲ ਹੈ ਉਹਨਾਂ ਨੇ ਦੇਣ ਦੀ ਜਿਹੜੀ ਕੋਸ਼ਿਸ਼ ਕੀਤੀ ਹੈ, ਇੱਕ ਤਰ੍ਹਾਂ ਦੀ ਉਹਨਾਂ ਦੀ ਛਵੀ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਸਿਰਫ ਸਿੱਖਾਂ ਨੂੰ ਹੀ ਇਸ ਐਕਟ ਦੇ ਨਾਲ, ਇਸ ਕਾਨੂੰਨਾਂ ਦੇ ਨਾਲ ਪ੍ਰੋਬਲਮ ਹੈ। ਬੇਸਿਕਲੀ ਸਿੱਖ ਵਰਸਸ ਇੰਡੀਆ ਦਾ ਜਿਹੜਾ ਇੱਕ ਤਰ੍ਹਾਂ ਦਾ ਉਹਨਾਂ ਨੇ ਪ੍ਰੋਪਾਗੈਂਡਾ ਫੈਲਾਉਣ ਦੀ ਕੋਸ਼ਿਸ਼ ਕੀਤੀ ਹੈ, ਉਹ ਚੀਜ਼ ਵਾਕਈ ਬੜੀ ਮਾੜੀ ਹੈ ਕਿਉਂਕਿ ਉੱਥੇ ਇਕੱਲਾ ਸਿੱਖ ਪਰਿਵਾਰ ਨਹੀਂ ਬੈਠਾ, ਉੱਥੇ ਹਰ ਇੱਕ ਧਰਮ ਦੇ ਲੋਕ ਉੱਥੇ ਬੈਠੇ ਨੇ। ਸੋ ਖੈਰ ਸਾਹਿਬ, ਮੈਂ ਬੁਲੇਟਿਨ 'ਚ ਖਬਰ ਪੜ੍ਹ ਰਿਹਾ ਸੀਗਾ ਕਿ ਇੱਕ ਉੱਥੇ ਹੁਣ ਬਾਰਡਰ ਦਾ ਕੀ ਹਾਲਾਤ ਬਣ ਚੁੱਕੇ ਨੇ, ਕਿਉਂਕਿ ਹਰਿਆਣਾ ਦੇ ਬਹੁਤ ਸਾਰੇ ਲੋਕ ਉੱਥੇ ਜੁੜ ਚੁੱਕੇ ਨੇ, ਖਾਸ ਕਰਕੇ ਰਕੇਸ਼ ਟਿਕੈਤ ਦੀ ਜਿਹੜੀ ਮਹਾਪੰਚਾਇਤ ਸੱਦਣ ਤੋਂ ਬਾਅਦ, ਕਿ ਸਿਰ ਉੱਥੇ ਪਹਿਲਾਂ ਬਾਣੀ ਚੱਲਦੀ ਹੈ, ਉਸ ਤੋਂ ਬਾਅਦ ਉੱਥੇ ਜਿਹੜੇ ਨੇ ਉੱਥੇ ਨਾ ਜਿਹੜੇ ਧਾਰਮਿਕ ਗੀਤ ਚੱਲਦੇ ਨੇ ਸ਼੍ਰੀ ਹਨੂੰਮਾਨ ਦੇ ਜਾਂ ਫਿਰ ਰਾਮ ਦੇ ਜਾਂ ਹੋਰਾਂ ਅਲੱਗ-ਅਲੱਗ ਦੇ। ਸੋ ਉਸ ਤੋਂ ਇਲਾਵਾ ਹੋਰ ਚੀਜ਼ਾਂ ਚੱਲਦੀਆਂ ਨੇ। ਕਹਿਣ ਦਾ ਮਤਲਬ ਕਿ ਹਰ ਇੱਕ ਧਰਮ ਦੇ ਉੱਥੇ ਜਿਹੜੇ ਧਾਰਮਿਕ ਜਿਹੜੇ ਗੀਤ ਨੇ ਉੱਥੇ ਚਲਾਏ ਜਾਂਦੇ ਨੇ, ਹਰ ਕੋਈ ਬੜੇ ਪਿਆਰ ਨਾਲ ਉੱਥੇ ਬਹਿ ਕੇ ਸੁਣ ਰਿਹਾ, ਉਸ 'ਤੇ ਅਮਲ ਕਰ ਰਿਹਾ। ਸੋ ਧਰਮ ਨਿਰਪੇਖ ਜਿਹੜੀ ਆਪਾਂ ਸ਼ੁਰੂ ਤੋਂ ਪੜ੍ਹਦੇ ਆਏ ਕਿ ਸਾਡਾ ਜਿਹੜਾ ਦੇਸ਼ ਹੈ ਉਹ ਧਰਮ ਨਿਰਪੇਖ ਹੈ, ਉਹ ਉਹਦੀ ਜਿਹੜੀ ਐਗਜ਼ਾਮਪਲ, ਲਾਈਵ ਐਗਜ਼ਾਮਪਲ ਇਸ ਟਾਈਮ ਉੱਥੇ ਅੰਦੋਲਨ ਦੇ ਉੱਪਰ ਅਸੀਂ ਵੇਖ ਸਕਦੇ ਹਾਂ। ਸੋ ਇਸ ਪੂਰੇ ਅੰਦੋਲਨ ਨੂੰ ਸਿਰਫ ਇੱਕ ਧਰਮ ਦੇ ਨਾਲ ਜੋੜ ਦੇਣਾ, ਮੈਨੂੰ ਲੱਗਦਾ ਕਿ ਮੋਦੀ ਸਰਕਾਰ ਨੇ ਮੋਦੀ ਨੇ ਜਿਹੜਾ ਭਾਸ਼ਣ ਦਿੱਤਾ ਉਹ ਵਾਕਈ ਸਰਾਸਰ ਗਲਤ ਦਿੱਤਾ। ਇਸ ਤੋਂ ਇਲਾਵਾ ਉਹਨਾਂ ਨੇ, ਜਿਵੇਂ ਤੁਸੀਂ ਕਿਹਾ ਕਿ ਉਹਨਾਂ ਨੇ ਕਿਹਾ ਕਿ ਇੱਕ ਵਾਰ ਦੁਬਾਰਾ ਗੱਲਬਾਤ ਕਰ ਲੈਂਦੇ ਆ, ਹੈ ਨਾ, ਕਿ ਤੁਸੀਂ ਦੁਬਾਰਾ ਗੱਲਬਾਤ ਕਰਦੇ ਆ, ਸਰਕਾਰ ਫਿਰ ਤੁਹਾਨੂੰ ਬੁਲਾਉਂਦੀ ਹੈ, ਤੁਸੀਂ ਆ ਕੇ ਗੱਲਬਾਤ ਕਰ ਲਓ। ਬਟ ਸੇਮ ਟਾਈਮ ਤੇ ਉਹਨਾਂ ਨੇ, ਜਿਵੇਂ ਤੁਸੀਂ ਕਿਹਾ ਕਿ ਉਹਨਾਂ ਨੇ ਕਹਿ ਦਿੱਤਾ ਕਿ ਪਹਿਲਾਂ ਜੀ ਜਿਹੜੇ ਬਿੱਲ ਨੇ ਉਹ ਬਾਹਲੇ ਚੰਗੇ ਨੇ ਨਾ, ਤੁਹਾਨੂੰ ਫਾਇਦਾ ਬੜਾ ਹੋਵੇਗਾ। ਤੁਸੀਂ ਪਹਿਲਾਂ ਹੀ ਜਵਾਬ ਦੇ ਰਹੇ ਹੋ, ਬਾਅਦ ਚੋਂ ਬੰਦਾ ਗੱਲਬਾਤ ਕਰਨ ਲਈ ਕਿਉਂ ਆਵੇ? ਖਹਿਰਾ ਸਾਹਿਬ, ਤੁਸੀਂ 11 ਗੇਟ ਦੀ ਮੀਟਿੰਗਾਂ ਤੇ ਆਲਰੇਡੀ ਕਰ ਚੁੱਕੇ ਹੋ। ਜੋ ਤੋਮਰ ਹੁਣੀ ਕਹਿੰਦੇ ਸੀਗੇ, ਹੁਣ ਨਰਿੰਦਰ ਮੋਦੀ ਹੁਣੀ ਕਹਿ ਰਹੇ ਨੇ, ਕੋਈ ਬਹੁਤਾ ਫਰਕ ਤਾਂ ਹੈ ਨਹੀਂ, ਨਰਿੰਦਰ ਤੋਮਰ ਤੇ ਨਰਿੰਦਰ ਮੋਦੀ। ਸੋ ਜਿੱਥੇ ਅਸੀਂ ਉਮੀਦ ਜਤਾ ਰਹੇ ਹਾਂ ਕਿ ਹੁਣ ਪ੍ਰਧਾਨ ਮੰਤਰੀ ਮੋਹਰੇ ਆ ਕੇ ਗੱਲਬਾਤ ਕਰੇ, ਸਾਡੇ ਜਿਹੜੇ ਅਮਿਤ ਸ਼ਾਹ ਨੇ, ਜਿਹੜੇ ਹੋਮ ਮਿਨਿਸਟਰ ਨੇ, ਉਹ ਮੋਹਰੇ ਆ ਕੇ ਗੱਲਬਾਤ ਕਰੇ, ਪਰ ਕੁਝ ਸਾਈਨ ਤਾਂ ਦਿਖੇ, ਕੁਝ ਚੰਗੀ ਗੱਲ ਤਾਂ ਦਿਖੇ, ਕੁਝ ਕਹਿਣ ਤਾਂ ਸਹੀ ਕਿ ਹਾਂ ਵੀ ਅਸੀਂ ਗੱਲ ਕਰਦੇ ਹਾਂ, ਕੋਈ ਸੋਲੂਸ਼ਨ ਲੱਭੇਗਾ, ਕੁਝ ਹੋਰ ਗੱਲਬਾਤ ਕਰਦੇ ਹਾਂ। ਉਹ ਪਹਿਲਾਂ ਹੀ, ਹਜੇ ਮੀਟਿੰਗ ਹੋਈ ਨਹੀਂ ਹੈ ਪ੍ਰਧਾਨ ਮੰਤਰੀ ਹੋਣਾ ਦੀ, ਪਹਿਲਾਂ ਹੀ ਕਹਿਣਾ ਸ਼ੁਰੂ ਕਰ ਦਿੱਤਾ ਕਿ ਜਿਹੜੇ ਬਿੱਲ ਨੇ ਉਹ ਤਾਂ ਬਹੁਤ ਚੰਗੇ ਨੇ, ਕਿਸਾਨਾਂ ਨੂੰ ਤਾਂ ਬਹੁਤ ਫਾਇਦਾ ਹੋਏਗਾ। ਈਵਨ ਹੁਣ ਤਾਂ ਨੰਬਰ ਸੁਣਾਉਣੇ ਸ਼ੁਰੂ ਕਰ ਦਿੱਤੇ ਕਿ ਹੁਣ ਤਾਂ ਅਸੀਂ ਜੀ ਇੰਨੇ ਲੱਖ ਕਰੋੜ ਜਿਹੜਾ ਹੈ ਅਸੀਂ ਉਹ ਦਿੱਤਾ ਕਿਸਾਨਾਂ ਨੂੰ, ਉਹਨਾਂ ਦੇ ਰਾਹਤ ਦੇ ਲਈ, ਉਹਨਾਂ ਦੇ ਕਰਜ਼ਾ ਮਾਫ ਦੇ ਲਈ। ਕਿਸਾਨ ਜਿਹੜੇ ਨੇ ਉਹ ਕਦੀ ਵੀ ਉਹਨਾਂ ਨੇ ਕਰਜ਼ਾ ਨਹੀਂ ਮੰਗਿਆ ਤੇ ਨਾ ਹੀ ਉਹਨਾਂ ਨੇ ਕਰਜ਼ਾ ਮਾਫੀ ਦੀ ਬਹੁਤੀ ਮੰਗ ਕੀਤੀ ਆ। ਉਹਨਾਂ ਨੇ ਇਹੀ ਕਿਹਾ ਕਿ ਸਾਨੂੰ ਅਗਰ ਬਣਦਾ ਮੁੱਲ ਸਾਡਾ ਮਿਲਣਾ ਸ਼ੁਰੂ ਹੋ ਜਾਵੇ, ਨਾ ਤਾਂ ਕਰਜ਼ੇ ਲੈਣ ਦੀ ਲੋੜ ਪਵੇਗੀ ਤੇ ਨਾ ਹੀ ਕਰਜ਼ਾ ਮਾਫ ਕਰਨ ਦੀ ਲੋੜ ਪਵੇਗੀ, ਕਿਉਂਕਿ ਜਿਹੜੀ ਚੀਜ਼ ਉਹਨਾਂ ਨੇ ਚਲਾਈ ਹੈ, ਉਹਨਾਂ ਨੇ ਉਗਾਈ ਹੈ, ਉਹਨਾਂ ਨੇ ਮਿਹਨਤ ਕੀਤੀ ਹੈ, ਉਹਨਾਂ ਨੂੰ ਉਹਨਾਂ ਦਾ ਬਣਦਾ ਮੁੱਲ ਹੀ ਨਹੀਂ ਮਿਲਦਾ ਪਿਆ। ਤੁਸੀਂ MSP ਦੀ ਗੱਲ ਕੀਤੀ, ਵਾਕਈ ਉਹ MSP ਕਹਿ ਦਿੰਦੇ ਨੇ ਕਿ ਹਾਂ ਵੀ ਆਹ ਅਮਾਊਂਟ ਨੇ, ਅਸੀਂ ਇਹਦੇ ਤੇ ਖਰੀਦਾਂਗੇ, ਪਰ ਕੀ ਅਸ਼ੋਰਿਟੀ ਹੈ? ਕਾਨੂੰਨ ਬਣਾ ਦੇਣਗੇ ਤੇ ਅਸ਼ੋਰਿਟੀ ਹੋ ਜਾਏਗੀ। ਬਾਕੀ ਥਾਵਾਂ ਦੀ ਗੱਲ ਕਰੀਏ, ਬਾਕੀ ਸੂਬਿਆਂ ਦੀ ਗੱਲ ਕਰੀਏ, ਉਹਨਾਂ ਨੂੰ ਮੁੱਲ ਮਿਲਦਾ ਹੀ ਨਹੀਂ। ਸੋ ਇੱਥੇ ਜਿਹੜੀ ਸਰਕਾਰ ਹੈ ਉਹ ਦੋਗਲੀ ਬਣ ਰਹੀ ਹੈ, ਮੀਡੀਆ ਸਾਹਮਣੇ ਕੁਝ ਕਹਿ ਰਹੀ ਹੈ, ਕਿਸਾਨਾਂ ਨੂੰ ਜਾਂ ਫਿਰ ਪੰਜਾਬੀਆਂ ਨੂੰ ਜਾਂ ਫਿਰ ਹਰਿਆਣਾ ਦੇ ਲੋਕਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਅੰਦਰੋਂ ਜਿਹੜੀਆਂ ਚਾਲਾਂ ਹੈ, ਜੋ ਉਹਨਾਂ ਦੇ ਛੜਯੰਤਰ ਜਿਹੜੇ ਉਹਨੇ ਰਚੇ ਹੋਏ ਨੇ, ਉਹਨਾਂ ਉੱਤੇ ਹੀ ਉਹ ਕਾਇਮ ਹੈ। ਇਹੀ ਕਾਰਨ ਹੈ ਕਿ ਖੈਰ ਸਾਹਿਬ, ਜੇਕਰ ਹੁਣ ਅਸੀਂ ਥੋੜਾ ਗੱਲ ਕਰੀਏ ਟਵਿੱਟਰ ਦੀ, ਤਾਂ ਟਵਿੱਟਰ ਉੱਤੇ ਇੰਨਾ ਜ਼ਿਆਦਾ ਪ੍ਰੈਸ਼ਰ ਪਾਇਆ ਜਾ ਰਿਹਾ ਕਿ ਜਿਹੜੇ ਤੁਹਾਡੇ ਸਾਰੇ ਅਕਾਊਂਟਸ ਨੇ ਉਹਨਾਂ ਨੂੰ ਬਲੌਕ ਕਰ ਦਿਓ। ਉਹਨਾਂ ਵਿੱਚ ਕਾਫੀ ਸਾਰੇ ਵੱਡੇ ਜਿਹੜੇ ਨਾਮ ਨੇ, ਉਹਨਾਂ ਦੇ ਵੀ ਨਾਮ ਵਿੱਚ ਸ਼ਾਮਲ ਨੇ। ਜਿਵੇਂ ਕਿ ਮੈਂ ਗੱਲ ਕਰਾਂ ਕਿਸਾਨ ਏਕਤਾ ਮੋਰਚਾ, ਜੋ ਕਿ ਇਸ ਅੰਦੋਲਨ ਤੋਂ ਹੀ ਉੱਪਰ ਉੱਠਿਆ, ਉਸ ਜਿਹੜਾ ਨਵਾਂ ਪੇਜ ਬਣਿਆ, ਉੱਥੇ ਕਾਫੀ ਲੋਕ ਜਿਹੜੇ ਜੁੜ ਰਹੇ ਨੇ। ਇਸ ਤੋਂ ਇਲਾਵਾ ਜੇਕਰ ਗੱਲ ਕਰਾਂ ਤਾਂ ਕਾਰਵਾ ਇੰਡੀਆ, ਜੋ ਕਿ ਇੱਕ ਨਿਊਜ਼ ਮੈਗਜ਼ੀਨ ਹੈ, ਜੋ ਕਿ ਬੜੀ ਵਧੀਆ ਰਿਪੋਰਟਿੰਗ ਕਰਦੀ ਹੈ, ਸੋ ਉਹਨਾਂ ਦੇ ਚੈਨਲ ਬੰਦ ਕਰਨ ਨੂੰ ਕਿਹਾ ਜਾ ਰਿਹਾ ਹੈ। ਉਸ ਤੋਂ ਬਾਅਦ ਮਨੀਕ ਗੋਇਲ ਨੇ, ਟਰੈਕਟਰ ਟੂ ਟਵਿੱਟਰ ਹੈ, ਜੱਟ ਜੰਕਸ਼ਨ ਨੇ, ਐਕਟਰ ਸੁਸ਼ਾਂਤ ਸਿੰਘ, ਉਸ ਤੋਂ ਇਲਾਵਾ ਸੰਯੁਕਤਾ ਬਾਸੂ ਨੇ, ਜੋ ਕਿ ਇੱਕ ਕੋਲਮਨਿਸਟ ਨੇ ਨੈਸ਼ਨਲ ਹਾਰਲਰ ਦੇ। ਸੋ ਵੱਡੇ ਨਾਮ ਨੇ ਖੈਰ ਸਾਹਿਬ, ਜਿਹਨਾਂ ਦੇ ਉੱਪਰ ਪ੍ਰੈਸ਼ਰ ਪਾਇਆ ਜਾ ਰਿਹਾ, ਟਵਿੱਟਰ ਦੇ ਉੱਪਰ ਪ੍ਰੈਸ਼ਰ ਪਾਇਆ ਜਾ ਰਿਹਾ ਕਿ ਇਹਨਾਂ ਦੇ ਅਕਾਊਂਟ ਤੁਸੀਂ ਸਸਪੈਂਡ ਕਰ ਦਿਓ, ਬਲੌਕ ਕਰ ਦਿਓ। ਜਿਸ ਤੋਂ ਬਾਅਦ ਪਰਸੋਂ ਦੀ ਜੇਕਰ ਗੱਲ ਕਰੀਏ ਤਾਂ ਟਵਿੱਟਰ ਜਿਹੜੇ ਇੰਡੀਆ ਦੇ ਪਬਲਿਕ ਜਿਹੜੇ ਪੋਲਿਸੀ ਹੈਡ ਦੇ ਜਿਹੜੇ ਮੇਨ ਹੈਗੇ ਨੇ, ਉਹਨਾਂ ਦਾ ਨਾਮ ਹੈ ਮਹਿਮਾ ਕੌਲ, ਉਹਨਾਂ ਨੇ ਰਿਜ਼ਾਈਨ ਕਰ ਦਿੱਤਾ। ਹੁਣ ਗੱਲ ਵੱਖਰੀ ਹੈ, ਇੱਕ ਨਵੀਂ ਨਿਊਜ਼ ਆ ਰਹੀ ਹੈ ਕਿ ਸ਼ਾਇਦ ਜੀ ਉਹਨਾਂ ਨੇ ਤਾਂ ਪਹਿਲਾਂ ਹੀ ਕਿਹਾ ਸੀਗਾ ਕਿ ਮੈਂ ਰਿਜ਼ਾਈਨ ਕਰਨਾ ਹੈ, ਮੈਨੂੰ ਕੋਈ ਕੰਮ ਹੈ, ਕੋਈ ਪਰਸਨਲ ਕੰਮ ਹੈ। ਬਟ ਇਸ ਸਿਚੁਏਸ਼ਨ ਦੇ ਵਿੱਚ ਇਹੋ ਜਿਹਾ ਫੈਸਲਾ ਇਮੀਡੀਏਟਲੀ ਲੈ ਲੈਣਾ ਕਿਤੇ ਨਾ ਕਿਤੇ ਸਰਕਾਰਾਂ ਦੇ ਪ੍ਰੈਸ਼ਰ ਦੇ ਉੱਪਰ ਜ਼ਰੂਰ ਗੱਲ ਜੋੜਦਾ ਹੈ। ਸੋ ਅਸੀਂ ਜਿੱਥੇ ਗੱਲ ਕਰਦੇ ਹਾਂ ਮੀਡੀਆ ਦਾ, ਕਿ ਉੱਥੇ ਬੜਾ ਵੱਡਾ ਰਿਸਪੌਂਸਿਬਿਲਿਟੀ ਉਹਦੀ ਬਣ ਜਾਂਦੀ ਹੈ ਕਿ ਲੋਕਾਂ ਦੀ ਆਵਾਜ਼ ਨੂੰ ਬਾਕੀ ਤੱਕ ਪਹੁੰਚਾਵੇ। ਸੋਸ਼ਲ ਮੀਡੀਆ ਨੇ, ਖਾਸ ਕਰਕੇ ਟਵਿੱਟਰ ਨੇ, ਐਡਾ ਵੱਡਾ ਉਹ ਕੰਮ ਕੀਤਾ ਹੈ, ਲੋਕਾਂ ਤੱਕ ਇਨਫੋਰਮੇਸ਼ਨ ਪਹੁੰਚਾਈਏ, ਲੋਕਾਂ ਨੂੰ ਸੱਚ ਦੱਸਣ ਦੀ ਕੋਸ਼ਿਸ਼ ਕੀਤੀ ਹੈ। ਸੋ ਹੁਣ ਜਿਹੜਾ ਟਵਿੱਟਰ ਹੈ, ਜੋ ਕਿ ਇੰਟਰਨੈਸ਼ਨਲੀ ਇੱਕ ਮੈਂ ਕਹਾਂ ਕਿ ਮਾਈਕਰੋ ਬਲੋਗਿੰਗ ਵੈਬਸਾਈਟ ਹੈ, ਸੋ ਉਹਦੇ ਉੱਤੇ ਪ੍ਰੈਸ਼ਰ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਜਿਵੇਂ ਬਾਕੀ ਮੇਰਾ ਮੀਡੀਆ ਮੇਰੇ ਤਲਵੇ ਝੱਟ ਰਿਹਾ, ਟਵਿੱਟਰ ਸਾਹਿਬ ਤੁਸੀਂ ਵੀ ਸੇਮ ਐਸੀ ਲਾਈਨ ਵਿੱਚ ਆਓ। ਤਾਂ ਸਾਨੂੰ ਸਿਰਫ ਤੋਂ ਸਿਰਫ ਹੁਣ ਉਮੀਦ ਖੈਰ ਸਾਹਿਬ ਟਵਿੱਟਰ ਤੇ ਰਹਿ ਗਈ ਹੈ ਜਾਂ ਫਿਰ YouTube ਵਰਗੇ ਅਦਾਰੇ ਤੇ ਰਹਿ ਗਈ ਹੈ। ਟਵਿੱਟਰ ਦੀ ਸਟੇਟਮੈਂਟ ਵੀ ਤੁਸੀਂ ਸਵੇਰੇ ਸੁਣ ਲੈਣੀ ਸੀ, ਕਿਉਂਕਿ ਟਵਿੱਟਰ ਨੇ ਵੀ ਇੱਕ ਸਟੇਟਮੈਂਟ ਦੇ ਦਿੱਤੀ ਹੈ। ਉਹਨਾਂ ਨੇ ਕਿਹਾ ਕਿ ਅਸੀਂ ਹਮੇਸ਼ਾ ਇਹ ਚਾਹੁੰਦੇ ਹਾਂ ਕਿ ਜਿਹੜੇ ਸਾਡੇ ਯੂਜ਼ਰ ਨੇ ਉਹ ਇੱਕ ਐਕਸਪ੍ਰੈਸ ਕਰਨ, ਇੱਕ ਉਹ ਵਿਊ ਐਕਸਪ੍ਰੈਸ ਕਰਨ ਜਿਹੜਾ ਹੋਲਿਸਟਿਕ ਵਿਊ ਹੋਵੇ, ਜਿਹਦੇ ਉੱਤੇ ਕਿਸੇ ਦਾ ਦਬਾਅ ਨਾ ਹੋਵੇ। ਅਸੀਂ ਸੱਚ ਨੂੰ ਸਾਹਮਣੇ ਲੈ ਕੇ ਆਉਂਦੇ ਹਾਂ, ਪਰ ਨਾਲ ਦੀ ਨਾਲ ਉਹਨਾਂ ਨੇ ਕਿਹਾ ਕਿ ਜਿਹੜੀ ਸਾਡੇ EMPLOYE ਆ, ਉਹਨਾਂ ਦੀ ਜਿਹੜੀ ਸੇਫਟੀ ਆ ਸਾਡੀ ਪ੍ਰਾਇੋਰਟੀ ਹੈ। ਹੁਣ ਤੁਸੀਂ ਇਹ ਸਟੇਟਮੈਂਟ ਦਾ ਹਿਸਾਬ ਲਾ ਸਕਦੇ ਹੋ ਵੀ ਬਈ
ਉਹ ਵੀ ਜਿਹੜਾ ਹੈ ਮਰਦਾ ਕੀ ਨਹੀਂ ਕਰਦਾ। ਇਹ ਗੱਲ ਆ ਨਾ ਕਿ ਫਿਰ ਉਹ ਹੁਣ ਕਿਤੇ ਨਾ ਕਿਤੇ ਸਮਝੌਤੇ ਦੇ ਮੂਡ ਦੇ ਵਿੱਚ ਆ ਚੁੱਕੇ ਨੇ, ਕਿਉਂਕਿ ਬੜੇ 1000 ਅਕਾਊਂਟ ਜਿਹੜੇ ਨੇ ਉਹ ਬੰਦ ਕਰਨ ਨੂੰ ਕਹਿ ਦਿੱਤਾ, ਪਰ ਇਹ ਨਹੀਂ ਸਮਝ ਆਉਂਦੀ ਕਿਸ ਬਿਹਾਫ ਤੇ ਕਹਿ ਰਹੇ ਨੇ, ਕਿਉਂ ਕਹਿ ਰਹੇ ਨੇ, ਸਰਕਾਰਾਂ ਕੀ ਕਰ ਰਹੀਆਂ ਨੇ, ਇਹਦਾ ਲੀਗਲ ਜਿਹੜਾ ਆ ਇੱਕ ਪਲੇਟਫਾਰਮ ਹੈ ਉਹ ਕੀ ਹੈ। ਬੇਸਿਕਲੀ ਖਹਿਰਾ ਸਾਹਿਬ ਹਰ ਇੱਕ ਇਨਸਾਨ ਦੀ, ਹਰ ਇੱਕ ਅਦਾਰੇ ਦੀ ਆਵਾਜ਼ ਨੂੰ ਬੰਦ ਕਰਨ ਦੀ ਕੋਸ਼ਿਸ਼ ਜੋ ਲਗਾਤਾਰ ਮੋਦੀ ਸਰਕਾਰ, ਕੇਂਦਰ ਸਰਕਾਰ ਕਰ ਰਹੀ ਹੈ ਕਿ ਕੋਈ ਉਹਨਾਂ ਦੇ ਖਿਲਾਫ ਨਾ ਬੋਲੇ। ਜਿਹੜਾ ਉਹਨਾਂ ਦੀ ਹਮਾਇਤ ਕਰਦਾ ਹੈ ਉਹ ਸੱਚਾ ਦੇਸ਼ ਭਗਤ ਗਿਣਿਆ ਜਾਂਦਾ ਹੈ, ਜਿਹੜਾ ਵੀ ਇਨਸਾਨ ਉਹਨਾਂ ਦੇ ਖਿਲਾਫ ਬੋਲਦਾ ਹੈ ਉਸ ਨੂੰ ਦੇਸ਼ ਦਰੋਹੀ ਕਿਹਾ ਜਾਂਦਾ ਹੈ, ਉਸ ਨੂੰ ਪਾਕਿਸਤਾਨ ਜਾਂ ਕਿਸੇ ਹੋਰ ਵਿਦੇਸ਼ ਜਾਣ ਨੂੰ ਕਹਿ ਦਿੱਤਾ ਜਾਂਦਾ ਹੈ। ਕਹਿੰਦੇ ਤੁਸੀਂ ਦੇਸ਼ ਭਾਰਤ ਵਿੱਚ ਰਹਿਣ ਦੇ ਕਾਬਿਲ ਨਹੀਂ ਹੋ, ਤੁਸੀਂ ਸੱਚੇ ਹਿੰਦੁਸਤਾਨੀ ਨਹੀਂ ਹੋ, ਭਾਰਤੀ ਨਹੀਂ ਹੋ। ਉਸ ਤੋਂ ਇਲਾਵਾ ਜੇਕਰ ਖਹਿਰਾ ਸਾਹਿਬ ਹੁਣ ਅੱਗੇ ਗੱਲ ਕਰੀਏ ਦੀਪ ਸਿੱਧੂ ਹੋਣਾ ਦੀ, ਤਾਂ ਸਵੇਰੇ ਦੀਪ ਸਿੱਧੂ ਹੋਣਾ ਨੂੰ ਅੱਜ ਜ਼ੀਰਕਪੁਰ ਤੋਂ ਗ੍ਰਿਫਤਾਰ ਕਰ ਦਿੱਤਾ ਗਿਆ। ਦੱਸ ਦਈਏ ਕਿ ਦੀਪ ਸਿੱਧੂ ਜਿਹਨਾਂ ਦੇ ਉੱਪਰ ਐਲੀਗੇਸ਼ਨਸ ਨੇ ਕਿ 26 ਜਨਵਰੀ ਨੂੰ ਜਿਹੜੀ ਵੀ ਘਟਨਾ ਹੋਈ ਹੈ ਉਹ ਸਿਰਫ ਤੇ ਸਿਰਫ ਦੀਪ ਸਿੱਧੂ ਦੇ ਕਹਿਣ ਤੇ, ਉਹਨਾਂ ਦੇ ਉਕਸਾਨ ਤੇ ਹੋਈ ਹੈ। ਸੋ ਇਹ ਐਲੀਗੇਸ਼ਨ ਜਿਹੜੇ ਨੇ ਕੇਂਦਰ ਸਰਕਾਰ ਵੱਲੋਂ, ਦਿੱਲੀ ਸਰਕਾਰ ਵੱਲੋਂ ਦੀਪ ਸਿੱਧੂ ਪਰ ਲਗਾਏ ਗਏ ਸਨ ਐਂਡ 1 ਲੱਖ ਰੁਪਏ ਦਾ ਜਿਹੜੇ ਇਨਾਮ ਵੀ ਘੋਸ਼ਿਤ ਕੀਤਾ ਗਿਆ ਸੀਗਾ ਜੋ ਉਹਨਾਂ ਦੀ ਜਾਣਕਾਰੀ ਸਾਂਝੀ ਕਰੇਗਾ। ਸੋ ਉਹਨਾਂ ਦੀ ਗ੍ਰਿਫਤਾਰੀ ਖੈਰ ਸਾਹਿਬ ਅੱਜ ਹੋ ਚੁੱਕੀ ਹੈ, ਜਦ ਕਿ ਦੀਪ ਸਿੱਧੂ ਦੇ ਉਸ ਘਟਨਾ ਤੋਂ ਬਾਅਦ ਇੰਨੇ ਸਾਰੇ ਲੋਕ ਹੋਰ ਫੋਲੋਅਰਸ ਨਾਲ ਜੁੜ ਗਏ ਨੇ, ਕਿਉਂਕਿ ਹਰ ਇੱਕ ਇਨਸਾਨ ਇਹੀ ਕਹਿ ਰਿਹਾ ਕਿ ਦੀਪ ਸਿੱਧੂ ਹੋਣਾ ਨੇ ਕੁਝ ਵੀ ਗਲਤ ਨਹੀਂ ਕੀਤਾ। ਈਵਨ ਦੀਪ ਸਿੱਧੂ ਨੇ ਵੀ ਆਪਣੇ ਫੇਸਬੁੱਕ ਜਿਹੜਾ ਉਹਨਾਂ ਦਾ ਸੋਸ਼ਲ ਮੀਡੀਆ ਅਕਾਊਂਟ ਹੈ ਉਹਨਾਂ ਤੋਂ ਵੀ ਰੈਗੂਲਰ ਵੀਡੀਓਜ਼ ਪਾਈਆਂ ਨੇ। ਉਹ ਕਹਿ ਮੈਂ ਕੋਈ ਭਗੌੜਾ ਨਹੀਂ ਆ, ਮੈਂ ਕੋਈ ਗਲਤ ਕੰਮ ਨਹੀਂ ਕੀਤਾ, ਮੈਂ ਜੋ ਕੀਤਾ ਆਪਣੇ ਪੰਜਾਬ ਦੇ ਲਈ, ਆਪਣੇ ਕਿਸਾਨੀ ਮੋਰਚੇ ਦੇ ਲਈ ਕੀਤਾ। ਈਵਨ ਕਹਿੰਦਾ ਮੈਂ ਤਾਂ ਸਬੂਤ ਇਕੱਠੇ ਕਰ ਰਿਹਾ, ਮੈਂ ਜਲਦੀ ਹੀ ਸਰਕਾਰ ਦੇ ਸਾਹਮਣੇ ਜਾਂ ਫਿਰ ਪੁਲਿਸ ਦੇ ਸਾਹਮਣੇ ਆਪ ਪੇਸ਼ ਹੋਵਾਂਗਾ। ਈਵਨ ਇਹ ਵੀ ਹੋ ਸਕਦਾ ਕਿ ਜਿਹੜੇ ਅੱਜ ਜੇ ਫੜੇ ਵੀ ਗਏ ਨੇ, ਹੋ ਸਕਦਾ ਕਿ ਉਹ ਆਪ ਹੀ ਫੜੇ ਗਏ ਹੋਣ, ਕਿਉਂਕਿ ਉਹਨਾਂ ਨੇ ਪਹਿਲਾਂ ਹੀ ਕਹਿਤਾ ਸੀਗਾ ਕਿ ਮੈਂ 1 ਜਾਂ 2 ਦਿਨਾਂ ਦੇ ਵਿੱਚ ਮੈਂ ਪੁਲਿਸ ਦੇ ਕੋਲ ਆ ਪਹੁੰਚਾਂਗਾ, ਕਿਉਂਕਿ ਉਹਨਾਂ ਦੀ ਨਜ਼ਰ ਦੇ ਵਿੱਚ ਈਵਨ ਹੁਣ ਤਾਂ ਹਰ ਇੱਕ ਨੂੰ ਲੱਗ ਪਿਆ ਕਿ ਉਹਨਾਂ ਨੇ ਕੋਈ ਐਡਾ ਕੋਈ ਗਲਤ ਕੰਮ ਨਹੀਂ ਕੀਤਾ, ਕਿਉਂਕਿ ਜਿੰਨਾ ਵੱਡਾ ਇਸ ਸਰਕਾਰ ਨੇ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ, ਜਿੰਨਾ ਬਦਨਾਮ ਕਰਨ ਦੀ ਇਸ ਸਰਕਾਰ ਨੇ ਕੋਸ਼ਿਸ਼ ਕੀਤੀ ਹੈ, ਇੰਨਾ ਵੱਡਾ ਕੰਮ ਸ਼ਾਇਦ ਉਹਨਾਂ ਨੇ ਵਾਕਈ ਨਹੀਂ ਕੀਤਾ। ਦੇਖੋ ਚਲੋ ਇਹ ਤਾਂ ਇਨਕੁਆਇਰੀ ਤੋਂ ਬਾਅਦ ਜੇ ਕੋਈ SIT ਬੈਠਦੀ ਆ, ਜਿਹੜੀ ਸਹੀ SIT ਬੈਠੇ ਤੇ ਉਹ ਪੜਚੋਲ ਕਰਕੇ ਦੱਸ ਦਊਗੀ ਕਿ ਗੱਲ ਕੀ ਹੈ। ਫਿਲਹਾਲ ਜੇ ਜ਼ੀਰਕ ਪੁਲਿਸ ਦੀ ਗੱਲ ਕੀਤੀ ਜਾਵੇ ਤਾਂ ਜ਼ੀਰਕ ਪੁਲਿਸ ਨੇ ਦੱਸਿਆ ਕਿ ਸਾਨੂੰ ਇਹਦੇ ਬਾਰੇ ਕੁਝ ਨਹੀਂ ਪਤਾ ਭਾਈ, ਕਦੋਂ ਹੋਇਆ, ਕੀ ਹੋਇਆ। ਇਹ UT ਦੀ ਜਿਹੜੀ CBI ਜਿਹੜੀ ਬਣਾਈ ਹੋਈ ਸੀਗੀ ਉਹ ਆਈ ਆ ਤੇ ਉਹਨਾਂ ਨੇ ਇਹਨਾਂ ਨੂੰ ਗ੍ਰਿਫਤਾਰ ਕੀਤਾ ਆ। ਹੁਣ ਦੇਖਣ ਵਾਲੀ ਗੱਲ ਹੈ ਕਿ ਸਰਵੇਲੈਂਸ ਦੇ ਅੰਡਰ ਤੇ ਕਿੰਨੇ ਦਿਨਾਂ ਤੋਂ ਸੀ ਔਰ ਸੋਸ਼ਲ ਮੀਡੀਆ ਦੇ ਉੱਤੇ ਉਹ ਐਕਟਿਵ ਵੀ ਸੀਗੇ। ਇਹ ਅੱਜ ਹੀ ਗ੍ਰਿਫਤਾਰੀ ਕਿਉਂ ਹੋਈ ਹੈ, ਕਿਸ ਤਰੀਕੇ ਦੇ ਨਾਲ ਹੋ ਰਿਹਾ? ਸਰਕਾਰਾਂ ਜਿਹੜੀਆਂ ਨੇ ਕੁਝ ਵੱਖਰਾ ਕਰਨ ਦੇ ਪਲਾਨ ਦੇ ਵਿੱਚ ਵੀ ਹੋ ਸਕਦੀਆਂ ਨੇ, ਔਰ ਇਹ ਵੀ ਹੋ ਸਕਦਾ ਕਿ ਵਾਕਈ ਅੱਜ ਹੀ ਗ੍ਰਿਫਤਾਰੀ ਹੋਈ ਹੋਵੇ। ਸੋ ਅਜੇ ਮੁੱਦਾ ਨਵਾਂ ਹੈ, ਕਿਉਂਕਿ ਹਲੇ ਜੁਡੀਸ਼ਰੀ ਪੇਸ਼ਕਸ਼ ਹੋਊਗੀ, ਫਿਰ ਉਸ ਤੋਂ ਬਾਅਦ ਕੀ ਨਿਕਲ ਕੇ ਆਉਂਦਾ ਆ, ਸ਼ਾਮ ਤੱਕ ਸਾਨੂੰ ਸਭ ਕੁਝ ਪਤਾ ਲੱਗ ਜਾਣਾ ਹੈ ਕਿ ਕੀ ਪ੍ਰੋਸੈਸ ਹੋਏਗਾ। ਸੋ ਇਸ ਮੁੱਦੇ ਦੇ ਉੱਤੇ ਹਲੇ ਇੰਨਾ ਖੁੱਲ੍ਹ ਕੇ ਵਿਚਾਰ ਕਰ ਸਕਦੇ ਹਾਂ। ਮੈਨੂੰ ਲੱਗਦਾ ਕਿ ਸਾਡੇ ਕੋਲ ਹਲੇ ਪੂਰੀ ਇਨਫੋਰਮੇਸ਼ਨ ਜਦੋਂ ਨਹੀਂ ਹੈ, ਸਾਨੂੰ ਉਹਨਾਂ ਬੋਲਣਾ ਵੀ ਨਹੀਂ ਚਾਹੀਦਾ। ਸੋ ਸਾਡੇ ਦੇਖਣ ਵਾਲਿਆਂ ਨੂੰ ਦੱਸਦੀ ਹੈ ਕਿ ਕੱਲ੍ਹ ਤੱਕ ਸ਼ਾਇਦ ਉਹ ਜੁਡੀਸ਼ਰੀ ਪੇਸ਼ਕਸ਼ ਵੀ ਹੋਏਗੀ, ਉਸ ਤੋਂ ਬਾਅਦ ਹੀ ਆਪਾਂ ਕੁਝ ਕਹਿ ਸਕਦੇ ਹਾਂ, ਦੱਸ ਸਕਦੇ ਹਾਂ ਕਿ ਕੀ ਮੁੱਦਾ ਹੋਏਗਾ, ਕਿਸ ਤਰੀਕੇ ਦੇ ਨਾਲ ਐਲੀਗੇਸ਼ਨ ਹੋਏਗੇ, ਕੀ ਜਿਹੜੇ ਚਾਰजेस ਨੇ ਉਹ ਲੱਗਣਗੇ ਔਰ ਕੀ ਅੱਗੋਂ ਹੋ ਸਕਦਾ ਹੈ। ਤੁਸੀਂ ਨਰਿੰਦਰ ਸਿੰਘ ਤੋਮਰ ਦੀ ਗੱਲ ਕਰ ਰਹੇ ਸੀਗੇ ਕਿ ਨਰਿੰਦਰ ਸਿੰਘ ਤੋਮਰ ਹੋਣੀ ਨੇ ਉਹ ਕੁਝ ਹੋਰ ਕਹਿ ਰਹੇ ਨੇ ਤੇ ਮੋਦੀ ਸਾਹਿਬ ਜਿਹੜੇ ਸਾਡੇ PM ਸਾਹਿਬ ਨੇ ਉਹ ਕੁਝ ਹੋਰ ਕਹਿ ਰਹੇ ਨੇ। ਉਹ ਇਹ ਗੱਲ ਕਰ ਰਹੇ ਸੀ ਕਿ ਸਿੱਖ ਜਿਹੜੇ ਨੇ ਉਹ ਆਪਣਾ ਜਿਹੜਾ ਵਿਰੋਧ ਛੱਡ ਕੇ ਵਾਪਸ ਚਲੇ ਜਾਣ ਔਰ ਇੱਕ ਵਾਰ ਟ੍ਰਾਇਲ ਵਰਜਨ ਲਾ ਲੈਣ, ਜਿਹੜਾ ਕਿ ਪੋਸੀਬਲ ਨਹੀਂ ਹੈਗਾ। ਦੂਸਰੇ ਬੰਨੇ ਇਹਨਾਂ ਦੀ ਹਿਤੈਸ਼ੀ ਜਿਹੜੀ ਕੰਗਣਾ ਰਣੌਤ ਹੈ ਨਾ, ਉਹਦਾ ਵੀ ਕੱਲ ਟਵੀਟ ਆਉਂਦਾ ਹੈ ਤੇ ਟਵੀਟ ਦੇ ਵਿੱਚ ਉਹਨੇ ਵੀ ਸਿੱਖ ਭਾਈ ਬਹਿਨ ਕਹੇ, ਔਰ ਪਹਿਲੀ ਵਾਰੀ ਹੈ ਸਿੱਖ ਭਾਈ ਬਹਿਨ ਕਹਿਣਾ। ਤੀਸਰਾ ਇਹਨਾਂ ਦਾ ਜਿਹੜਾ ਐਗਰੀਕਲਚਰ ਮਿਨਿਸਟਰ ਹੈ ਨਰਿੰਦਰ ਸਿੰਘ ਤੋਮਰ, ਉਹਦੀ ਇੱਕ ਬੜੀ ਵੱਡੀ ਸਟੇਟਮੈਂਟ ਆਉਂਦੀ ਹੈ ਅੱਜ ਦੀਆਂ, ਉਹ ਵੱਖਰੀਆਂ ਨੈਸ਼ਨਲ ਜਿਹੜੀਆਂ ਇੰਡੀਅਨ ਨਿਊਜ਼ਪੇਪਰ ਉਹਦੇ ਵਿੱਚ ਛਪੀ ਹੋਈ ਹੈ। ਉਹ ਕਹਿੰਦਾ ਜੀ ਇਹ ਸਿਰਫ ਤੇ ਸਿਰਫ ਕੁਝ ਜਿਹੜੇ ਲੋਕ ਨੇ ਉਹ ਇਸ ਨੂੰ ਕੁਝ ਖਿੱਤਾ ਜਿਹੜਾ ਹੈ ਉਹ ਇਹਨੂੰ ਪ੍ਰਮੋਟ ਕਰ ਰਿਹਾ। ਹੁਣ ਕੁਝ ਖਿੱਤਾ ਕਿਹੜਾ ਹੈ, ਉਹ ਜਦੋਂ ਪੜ੍ਹਦੇ ਆ ਖਬਰ ਤੇ ਪਤਾ ਲੱਗਦਾ ਹੈ ਕਿ ਉਹ ਪੰਜਾਬ ਨੂੰ ਕਹਿ ਰਿਹਾ, ਸਿੱਖ ਨੂੰ ਕਹਿ ਰਿਹਾ। ਇਹਨਾਂ ਦਾ ਜਦੋਂ ਕੋਈ ਪ੍ਰੋਪੇਗੈਂਡਾ ਚੱਲਦਾ ਹੈ ਧੁਰੋਂ ਚੱਲਦਾ ਹੈ ਜੀ, ਫਿਰ ਇਹ ਧੁਰੋਂ ਚੱਲਣਾ ਸ਼ੁਰੂ ਹੁੰਦਾ ਤੇ ਹੌਲੀ ਹੌਲੀ ਇਹ ਨਾਲ ਰਲਾਉਂਦੇ ਜਾਂਦੇ ਨੇ। ਤੇ ਜਦੋਂ ਨਾਲ ਰਲਾਉਂ ਜਾਂਦੇ ਨੇ ਤੇ ਫਿਰ IT ਸੈੱਲ ਇਹਨਾਂ ਦਾ ਇੱਕ ਬੜਾ ਵੱਡਾ ਗੁਲਦਸਤਾ ਖਿਲਾੜ ਕੇ ਉਹ ਚੀਜ਼ ਨੂੰ ਐਂ ਪੇਸ਼ਕਸ਼ ਕਰਦਾ ਕਿ ਇਹ ਚੀਜ਼ ਚੱਲਣ ਰਹੀ ਹੈ। ਹੁਣ ਇਹਨਾਂ ਦਾ ਇਹ ਮਕਸਦ ਹੈ ਕਿ ਅਸੀਂ ਸਿੱਖ ਨੂੰ ਟਾਰਗੇਟ ਕਰ ਲਈਏ, ਜਾਂ ਤਾਂ ਉਹ ਟਾਰਗੇਟ ਇਸ ਤਰੀਕੇ ਨਾਲ ਹੈ, ਆਪਾਂ ਇਹ ਕਹਿ ਲਈਏ ਕਿ ਇਹ ਟਾਰਗੇਟ ਚੱਲਾ ਮਾੜਾ ਹੀ ਨਹੀਂ, ਇਹ ਚੰਗੇ ਤਰੀਕੇ ਨਾਲ ਵੀ ਟਾਰਗੇਟ ਕਰ ਰਹੇ ਨੇ ਕਿ ਟਾਰਗੇਟ ਇਸ ਕਰੀਏ ਕਿ ਹੁਣ ਅਸੀਂ ਇਮੋਸ਼ਨਲ ਖੇਲੀਏ, ਅਸੀਂ ਸਿੱਖਾਂ ਨੂੰ ਅੱਗੇ ਲੈ ਕੇ ਆਈਏ ਤੇ ਉਹਨਾਂ ਦੇ ਨਾਲ ਗੱਲਬਾਤ ਕਰੀਏ ਤੇ ਸ਼ਾਇਦ ਕੋਈ ਰਸਤਾ ਲੱਭ ਲਈਏ। ਇਹ ਦੋਨੇ ਬੰਨੇ ਆ। ਤੇ ਜੇ ਕੋਈ ਰਸਤਾ ਨਹੀਂ ਲੱਭਦਾ ਤੇ ਫਿਰ ਅਸੀਂ ਇਹ ਚਿੱਟ ਲਾ ਦਈਏ ਵੀ ਬਈ ਇਹ ਇਕੱਲਾ ਪੰਜਾਬ ਦਾ, ਇਕੱਲਾ ਸਿੱਖਾਂ ਦਾ, ਇਕੱਲਾ ਪੱਗੜੀ ਵਾਲਿਆਂ ਦਾ ਹੀ ਅੰਦੋਲਨ ਹੈ, ਜੋ ਮੇਰੀ ਇੱਕ ਤਰੀਕੇ ਨਾਲ ਪੋਲੀਟੀਕਲ ਐਕਸਪਰਟੀਜ਼ ਕਹਿ ਰਹੀ ਹੈ। ਮੈਨੂੰ ਲੱਗਦਾ ਕਿ ਇਹ ਹੈ, ਕਿਉਂਕਿ ਜਦੋਂ ਇਹਨਾਂ ਦਾ ਕੋਈ ਪ੍ਰੋਪੇਗੈਂਡਾ ਚੱਲਦਾ ਹੈ ਉਹਦੇ ਨਾਲ ਹੀ ਬਹੁਤ ਸਾਰੇ ਲੋਕ ਜਿਹੜੇ ਨੇ ਉਹ ਰਲਾ ਲੈਂਦੇ ਨੇ, ਚਾਹੇ ਕੋਈ ਚੈਨਲ ਵਾਲਾ ਹੋਵੇ, ਚਾਹੇ ਕੋਈ ਇਹਨਾਂ ਦਾ ਆਪਣਾ ਕੋਈ ਹੈਂਡਲਰ ਹੋਵੇ, ਚਾਹੇ ਕੋਈ ਟਵਿੱਟਰ ਹੋਵੇ ਤੇ ਚਾਹੇ ਕੋਈ IT ਸੈੱਲ ਹੋਵੇ ਜੀ।
ਸੋ ਖੈਰ ਸਾਹਿਬ ਵਾਕਈ ਜਿਹੜੀ ਤੁਸੀਂ ਗੱਲ ਕੀਤੀ ਹੈ ਕਿ ਸੇਮ ਤੂਤੀ ਇਕੱਠੇ ਬੋਲਣਾ ਸ਼ੁਰੂ ਕਰ ਦਿੰਦੇ ਨੇ, ਜਿਵੇਂ ਨਾ ਹੋਮਵਰਕ ਮਿਲਿਆ ਹੋਵੇ ਨਾ ਤੇ ਸਵੇਰੇ ਉੱਠ ਕੇ ਸਾਰੇ ਸਟੂਡੈਂਟਸ ਜਿਹੜੇ ਨੇ ਇਕੱਠੇ ਬੋਲਦੇ ਨੇ, ਜੋ ਮੈਡਮ ਨੇ ਯਾਦ ਕਰਾਈ ਹੋਵੇ ਕੱਲ ਨੂੰ ਚੀਜ਼, ਸਵੇਰੇ ਉੱਠ ਕੇ ਜਦੋਂ ਮੈਡਮ ਪੁੱਛਦੇ ਨੇ ਕਿ ਹਾਂ ਵੀ ਤੁਸੀਂ ਯਾਦ ਕੀਤਾ ਕੱਲ ਕੀ ਪੜਿਆ, ਸੇਮ ਗੱਲਾਂ ਬੋਲਣਾ ਸ਼ੁਰੂ ਕਰ ਦਿੰਦੇ ਨੇ। ਪਰ ਸ਼ਾਇਦ ਕੁਝ ਸਟੂਡੈਂਟ ਨੇ ਜਿਹੜੇ ਛੁੱਟੀ ਤੇ ਹੁੰਦੇ ਨੇ, ਜਿਹਨਾਂ ਨੂੰ ਮੈਸੇਜ ਨਹੀਂ ਮਿਲਿਆ ਹੁੰਦਾ, ਉਹ ਪੁਰਾਣੀ ਗੱਲਾਂ ਰਿਪੀਟ ਕਰਦੇ ਰਹਿੰਦੇ ਨੇ, ਉਹਨਾਂ ਨੂੰ ਪਤਾ ਨਹੀਂ ਕਿ ਨਵਾਂ ਮੈਡਮ ਨੇ ਕੀ ਪੜ੍ਹਾ ਦਿੱਤਾ। ਜਿਵੇਂ ਕਿ ਹੁਣ ਸਾਰੇ ਭਾਜਪਾ ਵਾਲੇ ਨੇ ਹੁਣ ਸਿੱਖਾਂ ਦੇ ਗੁਣਗਾਨ ਸ਼ੁਰੂ ਕਰ ਦਿੱਤੇ ਨੇ ਕਿ ਉਹਨਾਂ ਨੇ ਇਤਿਹਾਸ ਵਿੱਚ ਸਾਨੂੰ ਬਹੁਤ ਸਾਡੀ ਮਦਦ ਕੀਤੀ ਹੈ, ਈਵਨ ਜਿਹੜੀ ਆਜ਼ਾਦੀ ਵੀ ਹੈ ਉਹਦੇ ਵਿੱਚ ਵੀ ਕਾਫੀ ਵੱਡਾ ਯੋਗਦਾਨ ਹੈ, ਜਾਂ ਕਿਸਾਨੀ ਵਿੱਚ ਵੀ ਬਹੁਤ ਵੱਡਾ ਤਬਕਾ ਜਿਹੜਾ ਹੈ ਉਹ ਸਿਰਫ ਤੇ ਸਿਰਫ ਪੰਜਾਬ ਦਾ ਰਿਲੇਟ ਰੱਖਦਾ ਹੈ। ਸੋ ਖੈਰ ਸਾਹਿਬ ਜੇਕਰ ਮੈਂ ਗੱਲ ਕਰਾਂ ਕਿ ਹਿਮਾਚਲ ਦੇ ਜਿਹੜੇ ਖੇਤੀਬਾੜੀ ਮੰਤਰੀ ਨੇ ਕਵਰਿੰਦਰ ਕੰਵਰ ਸਿੰਘ, ਉਹਨਾਂ ਦਾ ਕੀ ਬਿਆਨ ਆਉਂਦਾ ਹੈ ਕਿ ਜਿਹੜੇ ਉੱਥੇ ਅੰਦੋਲਨਕਾਰੀ ਜਿਹੜੇ ਉੱਥੇ ਬੈਠੇ ਨੇ, ਜੋ ਕਿ ਐਕਚੁਅਲ ਦੇ ਵਿੱਚ ਅੰਦੋਲਨਕਾਰੀ ਨੇ, ਨਾ ਕਿ ਅੰਦੋਲਨ ਜੀਵੀ, ਸੋ ਉਹਨਾਂ ਨੇ ਉਹਨਾਂ ਸਾਰੇ ਲੋਕਾਂ ਨੂੰ ਸ਼ੈਤਾਨ ਕਹਿ ਦਿੱਤਾ ਕਿ ਇਹ ਤਾਂ ਸਾਰੇ ਸ਼ੈਤਾਨ ਬੈਠੇ ਨੇ, ਵਿਦੇਸ਼ੀ ਤਾਕਤਾਂ ਇਹਨਾਂ ਨੂੰ ਚਲਾ ਰਹੀਆਂ ਨੇ। ਸੋ ਖੈਰ ਸਾਹਿਬ ਇੱਥੇ ਇਹੋ ਜਿਹੇ ਮਾੜੇ ਸ਼ਬਦ ਪਹਿਲਾਂ ਤਾਂ ਖਾਲਿਸਤਾਨੀ ਕਹਿ ਦੇਣਾ, ਬਾਕੀ ਕਿਸੇ ਹੋਰ ਮੰਤਰੀਆਂ ਵੱਲੋਂ ਹੁਣ ਇਹਨਾਂ ਨੂੰ ਸ਼ੈਤਾਨ ਕਹਿ ਦਿੱਤਾ ਜਾ ਰਿਹਾ, ਫਿਰ ਜੀ ਇਹਨਾਂ ਨੂੰ ਖੱਬੇ ਪੱਖੀ ਕਹਿ ਦਿੱਤਾ ਜਾਂਦਾ, ਕਦੇ ਇਹਨਾਂ ਨੂੰ ਵੱਖਵਾਦੀ ਕਿਹਾ ਜਾਂਦਾ। ਸੋ ਰੈਗੂਲਰ ਜਿਹੜੀ ਕੋਸ਼ਿਸ਼ ਹੈ, ਨੋ ਡਾਊਟ ਕੁਝ ਕੁ ਤਬਕਾ ਜਿਹੜਾ ਬੀਜੇਪੀ ਦਾ ਹੈ ਹੁਣ ਇਸ ਵਕਤ ਕਿਸਾਨਾਂ ਦੀ ਜਾਂ ਫਿਰ ਸਿੱਖਾਂ ਦੀ ਸਿਫਤ ਕਰਨ ਵਿੱਚ ਲੱਗਾ ਹੋਇਆ, ਬਟ ਹੱਲੇ ਵੀ ਕਿੰਨੇ ਸਾਰੇ ਮੰਤਰੀ ਇਹਨਾਂ ਦੇ ਅਜਿਹੇ ਨੇ ਜੋ ਕਿ ਹੱਲੇ ਵੀ ਉਸ ਪੂਰੇ ਅੰਦੋਲਨ ਨੂੰ ਬਦਨਾਮ ਕਰ ਰਹੇ ਨੇ ਐਂਡ ਬੜੇ ਮਾੜੇ ਸ਼ਬਦ ਜਿਹੜੇ ਨੇ ਉਹ ਵਰਤ ਰਹੇ ਨੇ। ਅੱਛਾ, ਕੱਲ ਪਰਸੋਂ ਮੈਂ ਇੱਕ ਵਕੀਲ ਦੀ ਇੰਟਰਵਿਊ ਦੇਖ ਰਿਹਾ ਸੀਗਾ। ਉਹ ਹਾਈ ਕੋਰਟ ਦਾ ਵਕੀਲ ਹੈ, ਸੁਪਰੀਮ ਕੋਰਟ ਦਾ ਵੀ ਉਹਦੇ ਕੋਲੇ ਚਾਰਜ ਹੈ, ਤੇ ਹਾਈ ਕੋਰਟ ਸੁਪਰੀਮ ਕੋਰਟ ਦੋਹੇ ਕੇਸ ਲੜਦੇ ਨੇ ਦਿੱਲੀ ਦੇ ਵਿੱਚ। ਤੇ ਉਹ ਕਹਿੰਦਾ ਕਿ ਬੀਜੇਪੀ ਵਰਗੀ ਪਾਰਟੀ ਅੱਜ ਤੱਕ ਮੈਂ ਪਾਰਟੀ ਨਹੀਂ ਦੇਖੀ। ਮੀਡੀਆ ਵਾਲਿਆਂ ਨੇ ਪੁੱਛ ਲਿਆ ਵੀ ਕਹਿੰਦੇ ਕਿਉਂ? ਕਹਿੰਦੇ ਇੰਨੇ ਬੇਵਕੂਫ ਨੇ ਔਰ ਇੰਨੇ ਇਲਿਟਰੇਟ ਨੇ, ਪੜ੍ਹੇ ਲਿਖੇ ਨੇਗੇ, ਇਹ ਲੱਗਦਾ ਕਿ ਇਹਨਾਂ ਦੇ ਵਿੱਚੋਂ ਕੋਈ ਵੀ ਨਹੀਂ ਪੜ੍ਹਿਆ। ਕਹਿੰਦੇ ਜੀ ਇਹ ਬਾਰ-ਬਾਰ ਕਹਿੰਦੇ ਨੇ ਕਿ ਬਈ ਆਪਸੀ ਸਮਝੌਤੇ ਦੇ ਉੱਤੇ ਪਹੁੰਚ ਜਾਓ। ਕਹਿੰਦਾ ਵੀ ਇਹਨਾਂ ਨੂੰ ਇੰਨਾ ਨਹੀਂ ਪਤਾ ਕਿ ਇਹ ਆਪਸੀ ਸਮਝੌਤੇ ਦੇ ਨਾਲ ਹੀ ਜਿਹੜੀ ਹੈ ਉਹ ਗੱਲਬਾਤ ਹੱਲ ਹੋਣੀ ਹੈ। ਇਹ ਗਵਰਨਮੈਂਟ ਜਿਹੜਾ ਹੈ, ਗਵਰਨਮੈਂਟ ਤੇ ਕਿਸਾਨਾਂ ਦੇ ਨਾਲ ਜਿਹੜਾ ਮਿਊਚੁਅਲ ਕੰਸਰਨ ਹੈ ਉਹਦੇ ਨਾਲ ਹੀ ਹੱਲ ਹੋਣੀ ਹੈ। ਸੋ ਇਹਨਾਂ ਦੇ ਲੋਕੀ ਕਹੀ ਜਾਂਦੇ ਨੇ ਜੀ ਕਿ ਸੁਪਰੀਮ ਕੋਰਟ ਚਲੇ ਜਾਓ, ਸੁਪਰੀਮ ਕੋਰਟ ਚਲੇ ਜਾਓ, ਆਹ ਕਰ ਲਓ, ਜੋ ਕਰ ਲਓ। ਇਹਨਾਂ ਨੂੰ ਇਹ ਨਹੀਂ ਸਮਝ ਆਉਂਦਾ ਕਿ ਆਪਸੀ ਗੱਲ ਕਰਨ ਦੇ ਨਾਲ ਹੀ ਸੈੱਟ ਹੋਣਾ ਹੈ। ਸੋ ਇਹਨਾਂ ਤੋਂ ਤੁਸੀਂ ਲੈ ਨਹੀਂ ਲੈ ਸਕਦੇ। ਇਹਨਾਂ ਦੇ ਬਹੁਤ ਸਾਰੇ ਲੀਡਰ ਜਿਹੜੇ ਆਨੰਦ ਕਿਸ਼ੋਰ ਵਰਗੇ ਨੇ, ਉਹ ਕਹਿੰਦੇ ਜੀ ਸ਼ੂਟ ਐਂਡ ਸਾਈਡ ਕਰ ਦਿਓ। ਸੋ ਇਹਨਾਂ ਦੇ ਉੱਤੋਂ ਤੁਸੀਂ ਐਵੇਂ ਘਬਰਾਉਣ ਦੀ ਕੋਈ ਗੱਲ ਨਹੀਂ, ਕਿਉਂਕਿ ਪਤਾ ਲੱਗ ਚੁੱਕਾ ਹੈ ਸਰਕਾਰਾਂ ਨੂੰ ਕਿ ਹੁਣ ਸਾਨੂੰ ਜਿਹੜਾ ਹੈ, ਸਾਡੇ ਜਿਹੜੇ ਛੋਟੇ ਲੀਡਰ ਹੈ ਉਹਨਾਂ ਨੂੰ ਸੀਰੀਅਸ ਨਹੀਂ ਲੈਂਦੇ। ਇਸ ਲਈ ਤਾਂ ਹੁਣ ਉਹਨਾਂ ਨੇ ਕਹਿ ਦਿੱਤਾ ਸੰਯੁਕਤ ਮੋਰਚੇ ਨੇ ਵੀ ਅਸੀਂ ਹੁਣ ਮੀਟਿੰਗ ਕਰਨੀ ਹੈ ਤੇ ਨਰਿੰਦਰ ਸਿੰਘ ਤੋਮਰ ਨਾਲ ਨਹੀਂ ਕਰਨੀ, ਹੁਣ ਅਸੀਂ ਮੋਦੀ ਸਾਹਿਬ ਦੇ ਨਾਲ ਕਰਨੀ ਆ। ਤੇ ਜਿਹੜੇ ਸਾਡੇ ਹੋਮ ਮਿਨਿਸਟਰ ਨੇ, ਸੋ ਕਾਲਡ ਹੋਮ ਮਿਨਿਸਟਰ, ਉਹ ਆਪਣੇ ਜਿਹੜੇ ਇਲੈਕਸ਼ਨ ਰੁਝੇਵੇਂ ਨੇ ਉਹਨਾਂ ਨੂੰ ਖਤਮ ਕਰਕੇ ਆ ਜਾਣ ਤੇ ਫਿਰ ਅਸੀਂ ਉਹਨਾਂ ਦੇ ਨਾਲ ਗੱਲ ਕਰਾਂਗੇ ਜੀ। ਸੋ ਖੈਰਾ ਸਾਹਿਬ ਜੇਕਰ ਅੰਦੋਲਨ ਦੀ ਮੋਟੀ ਗੱਲ ਕਹੀਏ ਤਾਂ ਮਹਾਪੰਚਾਇਤ ਦਾ ਸਿਲਸਿਲਾ ਲਗਾਤਾਰ ਜਾਰੀ ਹੈ ਤੇ ਹੋਰਾਂ ਲੋਕਾਂ ਦੀ ਸਪੋਰਟ ਵੀ ਜਿਹੜੀ ਹੈ ਉਹ ਨਿਰੰਤਰ ਸਾਨੂੰ ਮਿਲ ਰਹੀ ਹੈ, ਕਿਸਾਨੀ ਅੰਦੋਲਨ ਨੂੰ ਮਿਲ ਰਹੀ ਹੈ। ਸੋ ਸਰਕਾਰਾਂ ਦੇ ਉੱਪਰ ਪ੍ਰੈਸ਼ਰ ਤਾਂ ਪਾਇਆ ਜਾ ਹੀ ਰਿਹਾ, ਭਾਵੇਂ ਨੈਸ਼ਨਲ ਗੱਲ ਹੋਵੇ ਭਾਵੇਂ ਇੰਟਰਨੈਸ਼ਨਲ ਗੱਲ ਹੋਵੇ, ਪ੍ਰੈਸ਼ਰ ਲਗਾਤਾਰ ਪਾਇਆ ਜਾ ਰਿਹਾ। ਸੋ ਉਮੀਦ ਕਰਦੇ ਹਾਂ ਕਿ ਜਿਹੜੇ ਅੰਦੋਲਨ ਜੀਵੀ ਪ੍ਰਧਾਨ ਮੰਤਰੀ ਦੀਆਂ ਨਜ਼ਰਾਂ ਵਿੱਚ ਨੇ, ਉਹਨਾਂ ਨੂੰ ਸ਼ਾਇਦ ਕਦੀ ਭਾਰਤੀ ਵੀ ਲੱਗਣ ਤੇ ਭਾਰਤੀ ਸਮਝ ਕੇ ਉਹਨਾਂ ਦੀ ਗੱਲ ਵੀ ਸੁਣਨ ਤੇ ਉਹਨਾਂ ਦਾ ਬਣਦਾ ਹੱਕ ਵੀ ਉਹਨਾਂ ਨੂੰ ਜ਼ਰੂਰ ਦੇਣ। ਸੋ ਇਹ ਸੀ ਸਾਡਾ ਅੱਜ ਦਾ ਪ੍ਰੋਗਰਾਮ। ਮੁੱਦਾ ਹੋਰਾਂ ਪ੍ਰੋਗਰਾਮਸ ਲਈ ਤੁਸੀਂ ਦੇਖਦੇ ਰਹੋ ਪੰਜਾਬ ਨਿਊਜ਼ USA TV। ਤੁਹਾਡਾ ਬਹੁਤ ਬਹੁਤ ਧੰਨਵਾਦ।